ਖਾਸਕਰ ਪੁਰਸ਼ਾਂ ਦੀ ਗੱਲ ਕਰਨ ਜਾ ਰਹੇ ਹਾਂ ਔਰ ਉਹ ਪੁਰਸ਼ ਜਿਹੜੇ ਕਿ ਪਤਨੀ ਪੀੜਿਤ ਹਨ ਇਸੇ ਕਾਨੂੰਨ ਕਰਕੇ ਆਪਣੀਆਂ ਜਾਨਾਂ ਤੱਕ ਦੇ ਰਹੇ ਨੇ। 377 ਦਾ ਵੀ ਕਹਿੰਦੇ ਚਲਨ ਬਹੁਤ ਜ਼ਿਆਦਾ ਹੋ ਗਿਆ, ਨੈਚੁਰਲ ਸੈਕਸ ਦੀ ਗੱਲ ਉੱਠਣ ਲੱਗ ਗਈ ਹੈ। ਤੁਸੀਂ ਜਦੋਂ ਵੀ ਦੇਖੋਗੇ ਕਿ ਇਹ ਜਦੋਂ 377 ਦੀ ਕੰਪਲੇਂਟ ਆਪਣੇ ਸਹੁਰੇ ਤੇ ਪਾਉਂਦੀ ਹੈ, ਹਮੇਸ਼ਾ ਇਹ ਗੱਲ ਕਹਿਣਗੇ ਕਿ ਸਹੁਰੇ ਨੇ ਕਿਚਨ ਦੇ ਅੰਦਰ ਆ ਕੇ ਮੈਨੂੰ ਹੱਥ ਪਾਇਆ। ਪਰਿਵਾਰਿਕ ਸਮੱਸਿਆਵਾਂ ਕਰਕੇ 1,08,000 ਮੁੰਡਾ ਜਿਹੜਾ ਉਹ ਹਰ ਸਾਲ ਸੁਸਾਈਡ ਕਰ ਰਿਹਾ ਹੈ। 2020 ਦਾ ਆંકੜਾ ਹੈ। ਜਿਹੜੀ ਮਹਿਲਾ ਹੈ ਉਹ ਸਿਰਫ 44,000 ਹੈ। ਕਿ ਸਿਰਫ ਤੇ ਸਿਰਫ ਜਿਹੜੇ ਅਜਿਹੇ ਪਤਨੀ ਪੀੜਤ ਹੈਗੇ ਨੇ ਉਹਨਾਂ ਦੇ ਹੱਕ ਦੇ ਵਿੱਚ ਉਹਨਾਂ ਨਾਲ ਖੜਨਾ ਤੇ ਉਹਨਾਂ ਨੂੰ ਜੋ ਧੱਕੇਸ਼ਾਹੀ ਉਹਨਾਂ ਨਾਲ ਹੋ ਰਹੀ ਹੈ ਉਸ ਤੋਂ ਬਚਾਉਣਾ। ਕੁੜੀਆਂ ਧੱਕਾ ਕਰਦੀਆਂ ਨੇ, ਬਿਲਕੁਲ ਜੀ ਧੱਕਾ ਕਰਦੀਆਂ ਨੇ। 50 ਇਹੋ ਜਿਹੇ ਕਾਨੂੰਨ ਨੇ ਜਿਹੜੇ ਕੁੜੀਆਂ ਦੇ ਫੇਵਰ 'ਚ ਨੇ। ਬਲਾਈਂਡ ਲਾ ਕਹਿ ਸਕਦੇ ਇਹਨੂੰ, ਬਲਾਈਂਡ ਲਾਅ ਤੁਸੀਂ ਕਹਿ ਸਕਦੇ ਹੋ। ਪਤੀ ਨੇ ਪਤਨੀ ਤੇ ਲਾਇਆ ਤੇ 498 ਬਣ ਗਈ। ਜਿਹੜੀ ਪਤਨੀ ਹੈ ਉਹ ਪਤੀ ਨਾਲ ਸ਼ਾਦੀ ਜਿਹੜੀ ਹੈ ਉਹ 2 ਦਿਨ ਦਾ ਵਿਆਹ ਹੋਏ, 5 ਦਿਨ ਦਾ ਵਿਆਹ ਹੋਏ, 10 ਦਿਨ ਦਾ ਵਿਆਹ ਹੋਏ, 10 ਸਾਲ ਦਾ ਵਿਆਹ ਹੋਏ, ਲੜਕੀ ਆਪਣੀ ਮਰਜ਼ੀ ਨਾਲ ਵਿਆਹ ਤੋਂ ਬਾਹਰ ਕਿਸੇ ਵੀ ਟਾਈਮ ਨਿਕਲ ਸਕਦੀ ਹੈ। ਜੱਜ ਦੇ ਸਾਹਮਣੇ ਕਹੇਗੀ ਮੈਂ ਤੇ ਰਹਿਣਾ ਚਾਹਨੀ ਹਾਂ, ਕਮਰੇ ਚੋਂ ਬਾਹਰ ਆਏਗੀ ਕਿ ਮੈਂ ਤੇ ਤੇਰੀਆਂ ਘਸੀਟੀਆਂ ਘਟਾਵਾਂਗੀ। ਕਿਆ ਪੁਰਸ਼ ਇਨਸਾਨ ਨਹੀਂ? ਕਿਆ ਮਰਦ ਨੂੰ ਦਰਦ ਨਹੀਂ ਹੁੰਦਾ? ਜਿਹੜਾ 2020 ਦਾ NCRB ਦਾ ਆંકੜਾ ਹੈ ਕਿ 80% ਜਿਹੜੀਆਂ ਸ਼ਿਕਾਇਤਾਂ ਹੈਗੀਆਂ ਉਹ ਝੂਠੀਆਂ ਪਾਈਆਂ ਗਈਆਂ। 376 ਜਿਹੜਾ ਇੰਨਾ ਕਾਨੂੰਨਾ ਜੁਰਮ ਹੈਗਾ ਬਲਾਤਕਾਰ ਜਿਹੜਾ ਉਹਦਾ ਤੁਸੀਂ ਦੇਖੋ ਕਿ 75% ਇਦਾਂ ਦੀਆਂ ਕੰਪਲੇਂਟਾਂ ਹੈ ਜਿਹੜੀਆਂ ਝੂਠੀਆਂ ਪਾਈਆਂ ਗਈਆਂ। ਪੂਰੇ ਇੰਡੀਆ ਦੇ ਵਿੱਚ ਸਾਡੀਆਂ 40+ NGOs ਨੇ ਜਿਹੜੀਆਂ ਇਸ ਹੈਲਪਲਾਈਨ ਦੇ ਥਰੂ ਸਾਡੀਆਂ ਜਿਹੜੀਆਂ ਉਹ ਕੰਮ ਕਰਦੀਆਂ ਨੇ। ਸਾਨੂੰ ਲਗਭਗ 6,000+ ਜਿਹੜੀਆਂ ਉਸ ਤੁਸੀਂ ਲਗਾ ਲਓ ਮਹੀਨੇ ਦੀਆਂ ਕਾਲਾਂ ਜਿਹੜੀਆਂ ਉਹ ਇਸ ਹੈਲਪਲਾਈਨ ਤੇ ਆਉਂਦੀਆਂ। ਇਹ ਜਿਹੇ ਕਈ ਹਾਦਸੇ ਨੇ ਜਿਹੜੇ ਅਸੀਂ ਰੋਕੇ ਨੇ। ਮੁੰਡੇ ਸੁਸਾਈਡ ਕਰਨ ਨੂੰ ਬੈਠੇ ਸੀਗੇ, ਸਾਨੂੰ ਉਹਨਾਂ ਨੇ ਨੰਬਰ ਤੇ ਕਾਲ ਕੀਤੀ ਜਾਂ ਸਾਨੂੰ ਪਤਾ ਲੱਗਾ ਕਿ ਇਹ ਮੁੰਡਾ ਸੁਸਾਈਡ ਕਰਨ ਲੱਗਾ, ਅਸੀਂ ਉਹਦੇ ਕੋਲ ਤੁਰੰਤ ਪਹੁੰਚੇ ਹਾਂ, ਉਹਨੂੰ ਅਸੀਂ ਸੁਸਾਈਡ ਕਰਨ ਤੋਂ ਬਚਾਇਆ ਹੈ। ਸਾਨੂੰ ਇਹ ਲੱਗ ਰਿਹਾ ਕਿ ਹੁਣ ਇਹ ਸੰਸਥਾਨ ਨਹੀਂ ਰਹਿ ਗਿਆ, ਇਹ ਇੱਕ ਤੁਸੀਂ ਲਗਾ ਲਓ ਕਿ ਲੁੱਟ ਮਾਰ ਦਾ ਜ਼ਰੀਆ ਬਣ ਗਿਆ। ਬਟ ਉਹ ਚਾਹੁੰਦੀ ਹੈ ਕਿ ਮੈਂ ਵਿਆਹ ਕਰਕੇ ਮੁੰਡੇ ਕੋਲੋਂ 10 ਲੱਖ 20 ਲੱਖ ਕਰੋੜ 2 ਕਰੋੜ 5 ਕਰੋੜ ਇਹਦੇ ਕੋਲੋਂ ਐਂਠ ਲਵਾਂ ਬਸ। ਜੇ ਮੁੰਡਾ ਸੁਸਾਈਡ ਕਰ ਲਿਆ 7 ਸਾਲ ਤੋਂ ਪਹਿਲਾਂ ਪਤਨੀ ਦੇ ਉੱਤੇ ਕੋਈ ਕੇਸ, ਤੇ ਜੇ 7 ਸਾਲ ਤੋਂ ਪਹਿਲੇ ਜੇ ਕੁੜੀ ਸੁਸਾਈਡ ਕਰ ਲੇ ਤੇ ਇਮੀਡੀਏਟਲੀ ਮਾਂ ਵੀ ਅੰਦਰ, ਪਿਓ ਵੀ ਅੰਦਰ, ਤੇ ਘਰ ਦੇ ਸਾਰੇ ਅੰਦਰ, ਜਿਹਦਾ ਨਾਮ ਵੀ ਕੁੜੀ ਦੇ ਮਾਂ-ਪਿਓ ਨੇ ਲਿਖਾਤਾ। ਜਿਹੜੀ ਪਤਨੀ ਜਿਹੜੀ ਹੈ ਉਹ ਕਿਸੇ ਨਾਲ ਉਹਦਾ ਨਜਾਇਜ਼ ਸੰਬੰਧ ਹੈ ਤੇ ਉਹਨੂੰ ਖਰਚਾ ਨਹੀਂ ਮਿਲੇਗਾ। ਦਿੱਲੀ ਦੀ ਹਾਈ ਕੋਰਟ ਦੀ ਇੱਕ ਜੱਜਮੈਂਟ ਹੈ, ਉਹਦੇ ਵਿੱਚ ਮਾਈ ਲਾਰਡ ਨੇ, ਮਾਨਨੀय ਅਦਾਲਤ ਨੇ ਇਹ ਕਿਹਾ ਹੈ ਕਿ ਜੇ ਵਾਈਫ ਨਾਰਮਲ ਜੀ ਵੀਅਰ ਐਂਡ ਟੀਅਰ ਅਡਲਟਰੀ 'ਚ ਹੈ, ਛੋਟੇ-ਮੋਟੇ ਨਜਾਇਜ਼ ਸੰਬੰਧ 'ਚ ਤੇ ਕੋਈ ਗੱਲ ਨਹੀਂ, ਉਹਨੂੰ ਮੇਨਟੇਨੈਂਸ ਦੇ ਦਿਓ। ਹੁਣ ਇਹ ਕਿੱਥੋਂ ਪ੍ਰੂਵ ਹੋਏਗਾ ਕਿ ਉਹ ਪੱਕੇ ਨਜਾਇਜ਼ ਸੰਬੰਧਾਂ 'ਚ ਹੈ ਕਿ ਉਹ ਛੋਟੇ-ਮੋਟੇ ਨਜਾਇਜ਼। ਸਤਿ ਸ਼੍ਰੀ ਅਕਾਲ। ਸਕਰੋਲ ਪੰਜਾਬ ਦੇਖੇ ਦਰਸ਼ਕਾਂ ਦਾ ਬਲਜੀਤ ਮਰਵਾਹਾ ਵੱਲੋਂ ਸਵਾਗਤ ਹੈ। ਸੋ ਦੋਸਤੋ, ਜਦੋਂ ਵੀ ਕਿਸੇ ਨੌਜਵਾਨ ਮੁੰਡੇ ਕੁੜੀ ਦਾ ਵਿਆਹ ਹੁੰਦਾ ਹੈ, ਮਾਪੇ ਵੀ ਆਪਣੇ ਬੱਚੇ ਦਾ ਖੁਸ਼ੀ ਚਾਈ ਵਿਆਹ ਕਰਦੇ ਨੇ। ਵਿਆਹ ਕਰਨ ਦਾ ਮਤਲਬ ਕੀ ਹੁੰਦਾ ਹੈ, ਮਕਸਦ ਕੀ ਹੁੰਦਾ ਹੈ? ਵੀ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਹੋਵੇ, ਪਰਿਵਾਰ ਅੱਗੇ ਵਧੇ, ਵੰਸ਼ ਅੱਗੇ ਵਧੇ ਤੇ ਆਪਣੀ ਹਸੀ ਖੁਸ਼ੀ ਮੁੰਡਾ ਕੁੜੀ ਹੈਗਾ ਜਿਹੜਾ ਜ਼ਿੰਦਗੀ ਜੀਣ। ਪਰ ਕਿਤੇ ਨਾ ਕਿਤੇ ਤੁਹਾਨੂੰ ਸ਼ਾਇਦ ਸੁਣ ਕੇ ਹੈਰਾਨੀ ਹੋਏਗੀ ਜੋ ਮੈਂ ਤੁਹਾਡੇ ਨਾਲ ਗੱਲ ਕਰਨ ਜਾ ਰਿਹਾ ਕਿ ਸਾਡੇ ਦੇਸ਼ ਦਾ ਜਿਹੜਾ ਕਾਨੂੰਨ ਹੈ, ਕਾਨੂੰਨ ਬਣਦੇ ਕਿਉਂ ਨੇ? ਲੋਕਾਂ ਦੇ ਹੱਕਾਂ ਦੀ ਹਿਫਾਜ਼ਤ ਕਰਨ ਲਈ। ਪਰ ਸਾਡੇ ਦੇਸ਼ ਦਾ ਜਿਹੜਾ ਕਾਨੂੰਨ ਹੈ ਉਹ ਸਾਡੇ ਨੌਜਵਾਨ, ਖਾਸ ਕਰ ਮੁੰਡਿਆਂ, ਖਾਸ ਕਰ ਪੁਰਸ਼ਾਂ ਦੀ ਗੱਲ ਕਰਨ ਜਾ ਰਹੇ ਹਾਂ ਔਰ ਉਹ ਪੁਰਸ਼ ਜਿਹੜੇ ਕਿ ਪਤਨੀ ਪੀੜਿਤ ਹਨ ਇਸੇ ਕਾਨੂੰਨ ਕਰਕੇ ਆਪਣੀਆਂ ਜਾਨਾਂ ਤੱਕ ਦੇ ਰਹੇ ਨੇ। ਔਰ ਇਹ ਗੱਲ ਕੋਈ ਪੰਜਾਬ ਦੀ ਨਹੀਂ ਹੈ, ਹਰਿਆਣੇ ਦੀ ਨਹੀਂ ਹੈ, ਹਿਮਾਚਲ ਦੀ ਨਹੀਂ ਹੈ, ਕਮੋਬਸ਼ ਪੂਰੇ ਸਾਡੇ ਮੁਲਕ ਦੀ ਸਥਿਤੀ ਹੈਗੀ ਹੈ। ਘਰ ਇੰਨੇ ਕੁ ਬਰਬਾਦ ਹੋ ਰਹੇ ਨੇ, ਜਾਂ ਮੈਂ ਕਹਾਂ ਪੰਜਾਬੀ ਦੇ ਵਿੱਚ ਵੀ ਕੁੜੀਆਂ ਇੰਨਾ ਕੁ ਦੁਰਵਰਤੋਂ ਕਰ ਰਹੀਆਂ ਨੇ ਇਸ ਕਾਨੂੰਨ ਦੀਆਂ, ਜਿਹੜਾ ਉਹਨਾਂ ਦੇ ਹੱਕਾਂ ਦੇ ਵਿੱਚ ਹੈਗਾ, ਜ਼ਬਰਦਸਤੀ ਉਹਨਾਂ ਦੇ ਹੱਕਾਂ 'ਚ ਇੰਨਾ ਮਿਸਯੂਜ਼ ਹੋ ਰਿਹਾ ਹੈ ਕਿ ਮੁੰਡੇ ਕਹਿੰਦੇ ਯਾਰ ਹੋਰ ਕੁਛ ਨਹੀਂ, ਮੈਂ ਨਹੀਂ ਕੋਰਟ ਕਚਹਿਰੀਆਂ ਪੁਲਿਸ ਥਾਣੇ ਭੋਗ ਸਕਦਾ, ਮੈਂ ਖੁਦਕੁਸ਼ੀ ਉਹ ਕਰ ਲੈਂਦਾ। ਸੋ ਇੱਕ ਸੰਸਥਾ ਹੈਗੀ ਹੈ ਸੇਵ ਇੰਡੀਅਨ ਫੈਮਿਲੀ, ਭਾਵ ਭਾਰਤੀ ਪਰਿਵਾਰ ਬਚਾਓ। ਸੋ ਇਹਨਾਂ ਦਾ ਮੋਟਿਵ ਹੈ, ਤੁਹਾਨੂੰ ਇੱਕ ਵਾਰ ਮੈਂ ਕਹਾਂਗਾ ਕੈਮਰਾਮੈਨ ਥੋੜਾ ਜ਼ੂਮ ਇਨ ਕਰਕੇ ਵੀ ਦਿਖਾਣਗੇ। ਇਹਨਾਂ ਦਾ ਮੋਟਿਵ ਵੀ ਤੁਸੀਂ ਦੇਖੋ ਕੀ ਹੈ ਕਿ ਸਿਰਫ ਤੇ ਸਿਰਫ ਜਿਹੜੇ ਅਜਿਹੇ ਪਤਨੀ ਪੀੜਤ ਹੈਗੇ ਨੇ ਉਹਨਾਂ ਦੇ ਹੱਕ ਦੇ ਵਿੱਚ ਉਹਨਾਂ ਨਾਲ ਖੜਨਾ ਤੇ ਉਹਨਾਂ ਨੂੰ ਜੋ ਧੱਕੇਸ਼ਾਹੀ ਉਹਨਾਂ ਨਾਲ ਹੋ ਰਹੀ ਹੈ ਉਸ ਤੋਂ ਬਚਾਉਣਾ।
ਸੋ ਸੇਵ ਇੰਡੀਅਨ ਫੈਮਿਲੀ ਦਾ ਜਿਹੜਾ ਚੰਡੀਗੜ੍ਹ ਚੈਪਟਰ ਹੈ ਉਸ ਤੋਂ ਸਾਡੇ ਨਾਲ ਰੋਹਿਤ ਡੋਗਰਾ ਤੇ ਰਜਤ ਆਹੂਜਾ ਮੌਜੂਦ ਨੇ। ਸੰਸਥਾ ਕੰਮ ਕਿੱਦਾਂ ਕਰ ਰਹੀ ਹੈ, ਕਿੰਨੀਆਂ ਕੁ ਕੁੜੀਆਂ ਵਾਕਈ ਆਪਾਂ ਕਹੀਏ ਪਤੀ ਪੀੜਿਤ ਜਾਂ ਸਹੁਰਾ ਪਰਿਵਾਰ ਪੀੜਿਤ ਹੁੰਦੀਆਂ ਨੇ, ਜਾਂ ਉਹ ਕਿੰਨਾ ਕੁ ਸਹੁਰਿਆਂ ਨੂੰ ਦੁਖੀ ਕਰਦੀਆਂ ਨੇ, ਕੁਝ ਜਿਹੇ ਸਵਾਲ ਜਵਾਬ ਇਹਨਾਂ ਕਰਾਂਗੇ। ਸੋ ਰੋਹਿਤ ਜੀ, ਪਹਿਲਾ ਸਵਾਲ ਤੁਹਾਡੇ ਤੋਂ ਇਹੀ ਜ਼ਿਹਨ ਦੇ ਵਿੱਚ ਆ ਰਿਹਾ ਹੈ ਕਿ ਕੁੜੀਆਂ ਧੱਕਾ ਕਰਦੀਆਂ ਨੇ? ਬਿਲਕੁਲ ਜੀ, ਧੱਕਾ ਕਰਦੀਆਂ ਨੇ। ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਸਾਡੇ ਭਾਰਤ ਦੇ ਵਿਦੇਸ਼ ਦੇ ਵਿੱਚ ਲਗਭਗ 50 ਇਹੋ ਜਿਹੇ ਕਾਨੂੰਨ ਨੇ ਜਿਹੜੇ ਕੁੜੀਆਂ ਦੇ ਫੇਵਰ 'ਚ ਨੇ। ਕੋਈ ਇੱਕ ਵੀ ਇਹੋ ਜਿਹਾ ਕਾਨੂੰਨ ਨਹੀਂ ਜਿਹੜਾ ਥੋੜਾ ਜਿਹਾ ਐਕਸਪਲੇਨ ਕਰੋ ਕਿੱਦਾਂ ਦੇ ਕਾਨੂੰਨ ਨੇ। ਪੁਰਸ਼ਾਂ ਦੇ ਜਿੱਦਾਂ ਤੁਸੀਂ ਲਗਾਓ 498 ਦਾ ਕਾਨੂੰਨ ਹੈ, ਡੋਮੈਸਟਿਕ ਵਾਇਲੈਂਸ ਦਾ ਕਾਨੂੰਨ ਹੈ, 354 ਹੈ, 376 ਹੈ, ਇਦਾਂ 354 ਹੈ, ਇਦਾਂ ਕਈ ਕਾਨੂੰਨ ਇਹੋ ਜਿਹੇ ਨੇ ਜਿਹੜੀ ਸਿਰਫ ਔਰ ਸਿਰਫ ਜਿਹੜੇ ਮਹਿਲਾਵਾਂ ਦੇ ਜਿਹੜੇ ਪੱਖ ਦੇ ਫੇਵਰ 'ਚ ਜਿਹੜੇ ਨੇ ਬਣਾਏ ਗਏ ਨੇ। ਬਲਾਈਂਡ ਲਾ ਕਹਿ ਸਕਦੇ ਇਹਨੂੰ? ਬਲਾਈਂਡ ਲਾਅ ਤੁਸੀਂ ਕਹਿ ਸਕਦੇ ਹੋ, ਕਿਉਂਕਿ ਪੁਰਸ਼ ਜੇ ਥਾਣੇ ਵੀ ਜਾਂਦਾ ਹੈ ਕੋਈ ਆਪਣੀ ਸ਼ਿਕਾਇਤ ਲਾ ਕੇ, ਤੇ ਉਹਨੂੰ ਤੁਸੀਂ ਲਗਾ ਲਓ ਕਿ ਉਹ ਥਾਣੇ ਦੇ ਵਿੱਚ ਵੀ ਉਹਦੇ ਨਾਲ ਇਹੋ ਜਿਹੀ ਵਰਤੋਂ ਹੁੰਦੀ ਹੈ ਕਿ ਉਹਦਾ ਹਾਸਾ ਉਡਾਇਆ ਜਾਂਦਾ ਹੈ, ਕਿ ਇਹ ਪੁਰਸ਼ ਮਜ਼ਾਕ ਉਡਾਇਆ ਜਾਂਦਾ ਹੈ ਕਿ ਇਹ ਪੁਰਸ਼ ਸਾਡੇ ਕੋਲ ਆ ਕਿੱਦਾਂ ਗਿਆ, ਕਿਉਂਕਿ ਉਹਦੇ ਕੋਲ ਕੋਈ ਰਸਤਾ ਹੀ ਨਹੀਂ ਹੈ, ਉਹਦੇ ਕੋਲ ਕੋਈ ਕਾਨੂੰਨ ਹੀ ਨਹੀਂ ਹੈ ਜਿਸ ਉਹ ਕਾਨੂੰਨ ਦੇ ਵਿੱਚ ਜਾ ਕੇ ਉਸ ਕਾਨੂੰਨ ਦੀ ਉਹ ਮਦਦ ਲੈ ਸਕੇ। ਤੇ ਇਸ ਕਰਕੇ ਇਹ ਕਾਨੂੰਨ ਦੀ ਇੰਨੀ ਜ਼ਿਆਦਾ ਦੁਰਉਪਯੋਗ ਹੈ ਜਿਹੜੀ ਉਹ ਸਾਡੇ ਦੇਸ਼ 'ਚ ਵੱਧ ਗਈ ਹੈ ਕਿ ਜਿਹਦੇ ਮੈਂ ਦੋ ਤੁਹਾਨੂੰ ਆંકੜੇ NCRB ਦੇ ਦੱਸਦਾ ਹੈ ਕਿ 498 ਦੇ ਲਗਭਗ ਜਿਹੜੇ 2020 ਦਾ NCRB ਦਾ ਆંકੜਾ ਹੈ ਕਿ 80% ਜਿਹੜੀਆਂ ਸ਼ਿਕਾਇਤਾਂ ਹੈਗੀਆਂ ਉਹ ਝੂਠੀਆਂ ਪਾਈਆਂ ਗਈਆਂ। 376 ਜਿਹੜਾ ਇੰਨਾ ਘਿਨੌਨਾ ਜੁਰਮ ਹੈਗਾ ਉਹਦੀਆਂ ਲਗਭਗ ਬਲਾਤਕਾਰ ਜਿਹੜਾ ਹੈ ਉਹਦਾ ਤੁਸੀਂ ਦੇਖੋ ਕਿ 75% ਇਦਾਂ ਦੀਆਂ ਕੰਪਲੇਂਟਾਂ ਹੈ ਜਿਹੜੀਆਂ ਝੂਠੀਆਂ ਪਾਈਆਂ ਗਈਆਂ। ਹੁਣ ਤੁਸੀਂ ਦੇਖੋ ਇੱਕ ਬੰਦਾ, ਜ਼ਿਆਦਾਤਰ ਕੇਸ ਕੀ ਸੀ? ਪਤੀ ਨੇ ਪਤਨੀ ਦੇ ਦੋਸ਼ ਲਾਏ ਸੀ, ਘਰ ਵਾਲੀ ਪਤੀ ਨੇ ਪਤਨੀ ਤੇ ਲਾਇਆ ਤੇ 498 ਬਣ ਗਈ। ਜੇ ਕਿਸੇ ਅੱਜ ਕੱਲ ਹੋ ਕੀ ਰਿਹਾ, ਪਹਿਲੇ ਤੇ ਕਾਲਜਾਂ ਦੇ ਵਿੱਚ ਮੁੰਡਾ ਕੁੜੀ ਪੜ੍ਹਦੇ ਨੇ ਤੇ ਉਹ ਖੇਡਦੇ ਖੂਡਦੇ ਨੇ, ਕੋਈ ਉਹਨਾਂ ਦੇ ਵਿੱਚ ਕੰਸੈਂਸ਼ੂਅਲ ਜਿੱਦਾਂ ਕਹੋ ਕਿ ਰਜਾਮੰਦੀ ਨਾਲ ਜਿਹੜਾ ਹੈ ਉਹ ਸੰਬੰਧ ਬਣ ਜਾਂਦੇ ਹੈ, ਰਜਾਮੰਦੀ ਨਾਲ ਸੰਬੰਧ ਬਣ ਜਾਂਦੇ ਹੈ। ਜੇ ਕੱਲ ਨੂੰ ਉਹਨਾਂ ਦਾ ਬ੍ਰੇਕਅਪ ਹੋ ਜਾਂਦਾ ਹੈ ਤੇ ਉਹ ਫਿਰ ਕੁੜੀ ਕੀ ਕਰਦੀ ਹੈ, ਉਹ 376 ਦੀ ਕੰਪਲੇਂਟ ਕਰ ਦਿੰਦੀ ਹੈ, ਬਲਾਤਕਾਰ ਦਾ ਰੇਪ ਪਾ ਦਿੰਦੀ ਹੈ। ਹੁਣ ਕੀ ਹੈ, ਕਿਸੇ ਕੇ ਦਫ਼ਤਰ ਦੇ ਵਿੱਚ ਬੈਠੇ ਆ, ਦਫ਼ਤਰ ਦੇ ਵਿੱਚ ਦੋ ਮੁੰਡਾ ਕੁੜੀ ਕੰਮ ਕਰ ਰਹੇ ਨੇ, ਉਹਨਾਂ ਦਾ ਆਪਸ ਦੇ ਵਿੱਚ ਸੰਬੰਧ ਬਣ ਜਾਂਦਾ ਹੈ, ਉਸ ਆਪਸ ਦੇ ਵਿੱਚ ਲਿਵਿੰਗ 'ਚ ਰਹਿਣਾ ਸ਼ੁਰੂ ਕਰ ਦਿੰਦੇ ਨੇ ਤੇ ਉਹ ਜਦੋਂ ਲਿਵਿੰਗ 'ਚ ਰਹਿੰਦੇ ਉਹਨਾਂ ਦਾ ਸੰਬੰਧ ਜਿਹੜਾ ਉਹ ਥੋੜਾ ਜਿਹਾ ਉਹਦੇ 'ਚ ਖਰਾਬੀ ਆ ਜਾਂਦੀ ਹੈ ਤੇ ਉਹ 376 ਦੀ ਕੰਪਲੇਂਟ ਬਣ ਜਾਂਦੀ ਹੈ। ਖੱਟੇ ਹੋ ਗਏ ਜਦੋਂ ਸੰਬੰਧ ਖੱਟੇ ਹੋ ਗਏ ਤੇ ਉਹ ਵੀ 376 ਦੀ ਕੰਪਲੇਂਟ ਬਣ ਜਾਂਦੀ ਹੈ। ਅੱਜ ਦੇ ਟਾਈਮ ਤੇ ਜਿਹੜੀ ਪਤਨੀ ਹੈ ਉਹ ਪਤੀ ਨਾਲ ਸ਼ਾਦੀ ਜਿਹੜੀ ਹੈ ਉਹ 2 ਦਿਨ ਦਾ ਵਿਆਹ ਹੋਏ, 5 ਦਿਨ ਦਾ ਵਿਆਹ ਹੋਏ, 10 ਦਿਨ ਦਾ ਵਿਆਹ ਹੋਏ, 10 ਸਾਲ ਦਾ ਵਿਆਹ ਹੋਏ, ਲੜਕੀ ਆਪਣੀ ਮਰਜ਼ੀ ਨਾਲ ਵਿਆਹ ਤੋਂ ਬਾਹਰ ਕਿਸੇ ਵੀ ਟਾਈਮ ਨਿਕਲ ਸਕਦੀ ਹੈ। ਉਹ ਜਾ ਕੇ ਕੋਰਟ 'ਚ ਜਾ ਕੇ ਪਹਿਲੀ ਤੇ ਗੱਲ ਇਹ ਕਿ ਉਹ ਪਤੀ ਨਾਲ ਰਹਿਣਾ ਨਹੀਂ ਚਾਹੁੰਦੀ, ਦੂਸਰਾ ਕੋਰਟ 'ਚ ਜਾ ਕੇ ਕਹੇਗੀ ਨਹੀਂ ਮੈਂ ਤੇ ਰਹਿਣਾ ਚਾਹਨੀ ਹੈ, ਜਦੋਂ ਜੱਜ ਦੇ ਸਾਹਮਣੇ ਕਹੇਗੀ ਮੈਂ ਤੇ ਰਹਿਣਾ ਚਾਹਨੀ ਹੈ, ਕਮਰੇ 'ਚੋਂ ਬਾਹਰ ਆਏਗੀ ਕਿ ਮੈਂ ਤੇ ਤੇਰੀਆਂ ਘਸੀਟੀਆਂ ਕਟਾਵਾਂਗੀ। ਉਹ ਫਿਰ ਮਤਲਬ ਕਿ ਇੰਨਾ ਜ਼ਿਆਦਾ ਇਹਦਾ ਦੁਰਉਪਯੋਗ ਵੱਧ ਗਿਆ। ਔਰਤਾਂ ਕੀ ਕਹੀ ਆਪਾਂ ਰੋਹਿਤ ਜੀ, ਓਵਰ ਕੌਨਫੀਡੈਂਸ ਨੇ ਕਿ ਕਾਨੂੰਨ ਤਾਂ ਮੇਰੇ ਹੱਕ 'ਚ ਹੀ ਹੈ, ਜੋ ਮਰਜ਼ੀ ਹੋ ਜੇ। ਇਹ ਵੀ ਮੈਂ ਕਹਿ ਸਕਦਾ। ਦੂਸਰਾ ਜਿਹੜਾ ਸਾਡੀਆਂ ਸਰਕਾਰਾਂ ਦਾ ਬਹੁਤ ਜ਼ਿਆਦਾ ਤੁਸੀਂ ਕਹਿ ਦਿਓ ਵੂਮਨ ਐਮਪਾਵਰਮੈਂਟ ਤੇ ਵੂਮਨ ਐਮਪੀਜ਼ਮੈਂਟ। ਤੁਸੀਂ ਦੇਖੋ ਹੁਣ ਸਾਡੇ ਮਾਨਨੀय ਮੋਦੀ ਜੀ ਨੇ ਵੀ ਲਾਲ ਕਿਲੇ ਤੋਂ ਇੱਕੋ ਹੀ ਗੱਲ ਕੀਤੀ ਜੀ ਕਿ ਅਸੀਂ ਮਹਿਲਾਵਾਂ, ਉਹਨਾਂ ਦੀ ਪੂਰੀ ਸਪੀਚ ਸਿਰਫ ਮਹਿਲਾਵਾਂ ਹੀ ਸੀਗੀਆਂ। ਹੁਣ ਤੁਸੀਂ ਦੇਖੋ ਜਿਹੜਾ ਸਾਡਾ ਤੁਸੀਂ ਲਗਾ ਲਓ ਜਿਹੜਾ ਟੈਕਸ ਪੇਅਰ ਹੈ ਸਾਡੇ ਦੇਸ਼ ਦਾ, ਉਹ ਲਗਭਗ 60% ਟੈਕਸ ਪੇਅਰ ਸਾਡਾ ਉਹ ਪੁਰਸ਼ ਹੈ ਤੇ ਉਹਦੇ ਬਾਰੇ ਨਾ ਕੋਈ ਕਾਨੂੰਨ ਹੈ, ਨਾ ਕੋਈ ਆਯੋਗ ਹੈ, ਨਾ ਕੋਈ ਮੰਤਰਾਲੇ ਹੈ, ਨਾ ਕੋਈ ਬਜਟ ਹੈ। ਤਾਂ ਕਿਆ ਪੁਰਸ਼ ਇਨਸਾਨ ਨਹੀਂ? ਕਿਆ ਮਰਦ ਨੂੰ ਦਰਦ ਨਹੀਂ ਹੁੰਦਾ? ਮਰਦ ਨੂੰ ਵੀ ਦਰਦ ਹੁੰਦਾ, ਪਰ ਉਹ ਆਪਣਾ ਦਰਦ ਲੈ ਕੇ ਕਿਹਦੇ ਕੋਲ ਜਾਏ? ਉਹ ਆਪਣਾ ਦਰਦ ਲੈ ਕੇ ਸਾਡੇ ਕੋਲ ਆਂਦਾ, ਜਿਹੜੀ ਸਾਡੀ ਹੈਲਪਲਾਈਨ ਹੈ 8882498498, ਉਹ ਸਾਡੇ ਕੋਲ ਕਾਲ ਕਰਦਾ ਹੈ, ਸਾਨੂੰ ਕਾਲ ਕਰਦਾ ਹੈ, ਅਸੀਂ ਉਹਨੂੰ ਹਰ ਤਰੀਕੇ ਦੀ ਮਦਦ ਕਰਦੇ ਹਾਂ। ਹੁਣ ਇਹ ਜਿਹੜੀ ਸਾਡੀ ਹੈਲਪਲਾਈਨ ਹੈ ਇਹ ਅਸੀਂ ਤੁਸੀਂ ਲਗਾ ਲਓ ਕਿ ਸੈਲਫ ਸਪੋਰਟਡ, ਸੈਲਫ ਵਲੰਟੀਅਰਡ ਤੇ ਸੈਲਫ ਫੰਡਡ ਹੈ। ਅਸੀਂ ਕਿਸੇ ਕੋਲੋਂ ਇਹਦੇ ਵਿੱਚ ਪੂਰੇ ਇੰਡੀਆ ਚੱਲ ਰਹੀ ਹੈ, ਪੂਰੇ ਇੰਡੀਆ ਦੇ ਵਿੱਚ ਸਾਡੀਆਂ 40+ NGOs ਨੇ ਜਿਹੜੀਆਂ ਇਸ ਹੈਲਪਲਾਈਨ ਦੇ ਥਰੂ ਸਾਡੀਆਂ ਜਿਹੜੀਆਂ ਉਹ ਕੰਮ ਕਰਦੀਆਂ ਨੇ। ਸਾਨੂੰ ਲਗਭਗ 6000+ ਜਿਹੜੀਆਂ ਉਸ ਤੁਸੀਂ ਲਗਾ ਲਓ ਮਹੀਨੇ ਦੀਆਂ ਕਾਲਾਂ ਜਿਹੜੀਆਂ ਉਹ ਇਸ ਹੈਲਪਲਾਈਨ ਤੇ ਆਉਂਦੀਆਂ। ਔਰ ਤੁਸੀਂ ਸੁਣ ਕੇ ਹੈਰਾਨ ਰਹੋਗੇ, ਇਹੋ ਜਿਹੇ ਕਈ ਹਾਦਸੇ ਨੇ ਜਿਹੜੇ ਅਸੀਂ ਰੋਕੇ ਨੇ। ਮੁੰਡੇ ਸੁਸਾਈਡ ਕਰਨ ਨੂੰ ਬੈਠੇ ਸੀਗੇ, ਸਾਨੂੰ ਉਹਨਾਂ ਨੇ ਨੰਬਰ ਤੇ ਕਾਲ ਕੀਤੀ ਜਾਂ ਸਾਨੂੰ ਪਤਾ ਲੱਗਾ ਕਿ ਇਹ ਮੁੰਡਾ ਸੁਸਾਈਡ ਕਰਨ ਲੱਗਾ, ਅਸੀਂ ਉਹਦੇ ਕੋਲ ਤੁਰੰਤ ਪਹੁੰਚੇ ਹਾਂ, ਉਹਨੂੰ ਅਸੀਂ ਸੁਸਾਈਡ ਕਰਨ ਤੋਂ ਬਚਾਇਆ ਹੈ। ਕੋਈ ਐਗਜ਼ਾਮਪਲ, ਕੋਈ ਕੇਸ ਸੁਣਾਓਗੇ ਜਿਸ 'ਚ ਬਹੁਤ ਹੀ ਜ਼ਿਆਦਾ ਧੱਕਾ ਹੋਇਆ ਹੋਵੇ ਮੁੰਡੇ ਨਾਲ? ਕੋਈ ਇਦਾਂ ਦੇ ਮੈਂ ਤੁਹਾਨੂੰ ਕੀ ਦੱਸਾਂ, ਇਦਾਂ ਦੇ ਹਜ਼ਾਰੋਂ ਕੇਸ ਸਾਡੇ ਕੋਲ ਆਉਂਦੇ ਆ। ਹੁਣ ਇਹ ਦਿੱਲੀ ਦੇ ਵਿੱਚ ਇੱਕ 16 ਸਾਲ ਦੇ ਮੁੰਡੇ ਦਾ ਹੁਣੇ 2 ਦਿਨ ਪਹਿਲੇ ਸਾਡੇ ਦਿੱਲੀ ਦੇ ਹੈਲਪਲਾਈਨ ਤੇ ਕਾਲ ਆਇਆ, ਉਹਨੂੰ ਕਮਰੇ ਦੇ ਵਿੱਚ ਡੱਕ ਕੇ ਰੱਖਿਆ ਗਿਆ ਹੋਇਆ ਸੀ। ਕਿਹਦੇ ਨੇ? ਉਹਦੀ ਮਦਰ ਨੇ।
ਡੱਕ ਕੇ ਆਪਣੀ ਮਾਂ ਨੇ? ਉਹਦੀ ਆਪਣੀ ਮਾਂ Step mother ਤਾਂ ਨਹੀਂ, ਸਟੈਪ ਮਦਰ ਕਹਿ ਸਕਦੇ ਹੋ ਤੁਸੀਂ ਸੌਤੇਲੀ ਮਾਂ। ਉਹਨੂੰ ਡੱਕ ਕੇ ਬੰਦ ਕਰਕੇ ਬਾਹਰ ਚਲੀ ਜਾਂਦੀ ਸੀ ਡੇਲੀ। ਉਹ ਸਾਨੂੰ ਪਤਾ ਲੱਗਾ, ਉਹ ਕਿਸੇ ਤਰੀਕੇ ਨਾਲ ਉਸ ਮੁੰਡੇ ਨੇ ਵਿਚਾਰੇ ਨੇ ਕੋਸ਼ਿਸ਼ ਕੀਤੀ ਸਾਡੇ ਹੈਲਪਲਾਈਨ ਤੇ ਗੱਲ ਕਰਨ ਦੀ। ਉਸ ਹੈਲਪਲਾਈਨ ਤੇ ਉਹਨੇ ਕਾਲ ਕੀਤੀ, ਸਾਡੀ ਦਿੱਲੀ ਦੀ ਟੀਮ ਇਮੀਡੀਏਟਲੀ ਉਹਦੇ ਕੋਲ ਪਹੁੰਚੀ। ਅਸੀਂ ਵਿੱਚ ਇੰਟਰਵੀਨ ਕਰਕੇ ਉਹ ਮੁੰਡੇ ਨੂੰ ਉੱਥੋਂ ਜਿਹੜਾ ਅਸੀਂ ਰੈਸਕਿਊ ਕਰਾਇਆ। ਤੇ ਮਤਲਬ ਇੰਨਾ ਜ਼ਿਆਦਾ ਸਮਾਜ ਜਿਹੜਾ ਹੈ, ਅਸੀਂ ਪਹਿਲੇ ਕਹਿੰਦੇ ਸੀ ਕਿ ਦੇਖੋ ਜੀ ਜਿਹੜੀ ਸ਼ਾਦੀ ਹੈ ਉਹ ਇੱਕ ਸੰਸਥਾਨ ਹੈ। ਸਾਨੂੰ ਇਹ ਲੱਗ ਰਿਹਾ ਕਿ ਹੁਣ ਇਹ ਸੰਸਥਾਨ ਨਹੀਂ ਰਹਿ ਗਿਆ, ਇਹ ਇੱਕ ਤੁਸੀਂ ਲਗਾ ਲਓ ਕਿ ਲੁੱਟ ਮਾਰ ਦਾ ਜਰੀਆ ਬਣ ਗਿਆ, ਸਾਧਨ ਹੈ ਹੁਣ, ਸਾਧਨ ਬਣ ਗਿਆ। ਈਜ਼ੀ ਵੇ ਟੂ ਮੇਕਿੰਗ ਮਨੀ। ਬਿਲਕੁਲ। ਲੜਕੀ ਮਤਲਬ ਤੁਸੀਂ ਦੇਖੋ 2 ਦਿਨ ਦੀ ਸ਼ਾਦੀ ਹੋ, 10 ਦਿਨ ਦੀ ਸ਼ਾਦੀ ਹੋਏ, ਮਤਲਬ ਉਹ ਆਪਣੀ ਮਰਜ਼ੀ ਨਾਲ ਰਹਿਣਾ ਨਹੀਂ ਚਾਹ ਰਹੀ, ਬਟ ਉਹ ਚਾਹੁੰਦੀ ਹੈ ਕਿ ਮੈਂ ਵਿਆਹ ਕਰਕੇ ਮੁੰਡੇ ਕੋਲੋਂ 10 ਲੱਖ 20 ਲੱਖ ਕਰੋੜ 2 ਕਰੋੜ 5 ਕਰੋੜ ਇਹਦੇ ਕੋਲੋਂ ਐਂਠ ਲਵਾਂ ਬਸ, ਤਾਂ ਕਿ ਮੇਰੀ ਜਿਹੜੀ ਇਹ ਜਿੱਦਾਂ ਤੁਸੀਂ ਐਗਜ਼ਾਮਪਲ ਦਿੱਤੀ ਵੀ 2-2 ਦਿਨਾਂ ਬਾਅਦ ਵੀ ਇਹ ਜਿਹੇ ਮਾਹੌਲ ਖਰਾਬ ਹੋ ਜਾਂਦਾ ਹੈ। 2 ਦਿਨਾਂ ਬਾਅਦ 48 ਘੰਟੇ ਦਾ ਵਿਆਹ ਮਤਲਬ। ਕੱਲ ਦੀ ਮੈਂ ਤੁਹਾਨੂੰ ਦੱਸਦਾ, ਕੱਲ ਦੀ ਸਾਡੇ ਕੋਲ ਇੱਕ ਗੱਲ ਹੈ, ਮੁੰਡਾ ਵਿਚਾਰਾ ਉਹਦੇ ਵਿਆਹ ਨੂੰ ਸਿਰਫ 10 ਦਿਨ ਹੋਏ ਹੈ। ਲੜਕੀ ਨੂੰ ਕੁਝ ਜਿਹੜੀ ਹੈ ਲਗਾ ਲਓ ਕਿ ਦਿਮਾਗੀ ਪਰੇਸ਼ਾਨੀ ਹੈ, ਉਹਦਾ ਟ੍ਰੀਟਮੈਂਟ ਵੀ ਚੱਲਦਾ ਪਿਆ ਕਈ ਸਾਲਾਂ। ਉਹਨੂੰ ਸ਼ੁਰੂ ਤੋਂ ਹੀ ਪ੍ਰੋਬਲਮ ਹੈ, ਜਮਾਂਤਰੂ ਜਿਹਨੂੰ ਕਹਿੰਦੇ ਆ, ਉਹਨੂੰ ਪ੍ਰੋਬਲਮ ਹੈ। ਬਟ ਉਹ ਹੁਣ ਦਿੱਕਤ ਕੀ ਹੈ ਕਿ ਬਈ ਉਹ ਹੁਣ ਕੀ ਕਹਿੰਦੇ ਉਹਨਾਂ ਨੇ ਕਹਤਾ ਤੇਰੇ ਗਲੇ ਮੜਤੀ ਹੈ, ਤੂੰ ਜਾਣੇ ਤੇ ਤੂੰ ਤੇਰਾ ਘਰ ਜਾਣੇ। ਉਹਦਾ ਪੂਰਾ ਘਰ ਪਰਿਵਾਰ ਜਿਹੜਾ ਇੰਨੇ ਡਿਪਰੈਸ਼ਨ 'ਚ ਹੈ। ਅੰਬਾਲੇ ਉਹਦੀ ਕੰਪਲੇਂਟ ਹੈ, ਚੰਡੀਗੜ੍ਹ ਦਾ ਮੁੰਡਾ ਹੈ, ਤੇ ਉਹ ਇੰਨਾ ਜ਼ਿਆਦਾ ਪਰੇਸ਼ਾਨ ਹੈ ਵਿਚਾਰਾ। ਉਹ ਕਹਿੰਦਾ ਕਿ ਹੁਣ ਮੈਂ ਨੌਕਰੀ ਕਰਾਂ ਜਾਂ ਮੈਂ ਇਹ ਦੇਖਾਂ ਕਿ 10 ਦਿਨ ਦੇ ਵਿਆਹ 'ਚ ਮੈਂ ਕੀ ਖੱਟ ਲਿਆ, ਜਾਂ ਮਤਲਬ ਮੇਰੇ ਪਰਿਵਾਰ ਨੇ ਕੀ ਖੱਟ ਲਿਆ। ਕੀ ਐਲੀਗੇਸ਼ਨ ਲੱਗਿਆ ਮੁੰਡੇ ਤੇ? ਐਲੀਗੇਸ਼ਨ ਇਹ ਹੀ ਹੈ ਕਿ ਵੀ ਤੰਗ ਪਰੇਸ਼ਾਨ ਕਰਦਾ ਹੈ, ਕਿਉਂਕਿ ਉਹਨੇ ਕਿਹਾ ਕਿ ਜੇ ਮੇਰੀ ਵਾਈਫ ਨੂੰ ਕੋਈ ਸਮੱਸਿਆ ਹੈ ਤੁਸੀਂ ਮੈਨੂੰ ਦੱਸੋ ਕਿ ਇਹਨੂੰ ਇਹ ਸਮੱਸਿਆ ਹੈ, ਅਸੀਂ ਉਹਦਾ ਇਲਾਜ ਕਰਾਈਏ। ਦੇਖੋ ਕੋਈ ਵੀ ਨਹੀਂ ਚਾਹੁੰਦਾ, ਦੇਖੋ ਕੋਈ ਵੀ ਨਹੀਂ ਚਾਹੇਗਾ ਕਿ ਮੇਰਾ ਘਰ ਬਰਬਾਦ ਹੋਵੇ। ਜਿਹਨੇ ਵਿਚਾਰੇ ਨੇ ਚਾਵਾਂ ਨਾਲ ਮਾਂ ਪਿਓ ਨੇ ਵਿਆਹ ਕੀਤਾ ਮੁੰਡੇ ਦਾ, ਉਹ ਚਾਹੇਗਾ ਕਿ ਇਹ ਘਰ ਪਰਿਵਾਰ ਵਸੇ, ਇਹ ਆਪਣੇ ਅੱਗੇ ਚਲੋ ਅਗਲਾ ਪਰਿਵਾਰ ਚਲਾਣ ਬਸਾਣ, ਅੱਗੇ ਹੱਸਦੇ ਖੇਡਦੇ ਰਹਿਣ। ਤੇ ਉਹ ਹੁਣ ਉਹਨਾਂ ਨੇ ਦੇਖਿਆ ਕਿ ਇਹ ਮੁੰਡੇ ਨੂੰ ਪਤਾ ਲੱਗ ਗਿਆ ਕਿ ਇਹਨੂੰ ਕੋਈ ਦਿਮਾਗੀ ਪਰੇਸ਼ਾਨੀ ਹੈ। ਉਹ ਹੁਣ ਉਹਨੂੰ ਕਹਿ ਰਹੇ ਕਿ ਤੇਰੀ ਅਸੀਂ ਜ਼ਿੰਦਗੀ ਬਰਬਾਦ ਕਰ ਦੇਣੀ ਹੈ, ਪਰ ਇਹ ਕੁੜੀ ਹੁਣ ਤੇਰੇ ਗਲੇ ਮੰਨਣੀ ਹੈ, ਜਾਂ ਤਾਂ ਰੱਖ ਇਹਨੂੰ ਜਾਂ ਇਹਨੂੰ ਰੱਖ, ਬਰਦਾਸ਼ਤ ਕਰ। ਹੁਣ ਪ੍ਰੋਬਲਮ ਕੀ ਹੈ, ਉਹ ਬਰਦਾਸ਼ਤ ਕੀ ਕਰੇ? ਉਹਨੂੰ ਡਰ ਹੈ ਕਿ ਉਹਦੇ ਵਿੱਚ ਸੁਸਾਈਡਲ ਟੈਂਡੈਂਸੀਜ਼ ਨੇ ਕੁੜੀ ਦੇ ਵਿੱਚ। ਉਹ ਹੁਣ ਸੋਚਦਾ ਪਿਆ ਕਿ ਕੱਲ ਨੂੰ, ਹੁਣ ਤੇ ਮੈਂ 498 'ਚ ਜਾਵਾਂਗਾ 3 ਸਾਲ ਵਾਸਤੇ, ਤੇ ਜੇ ਕੱਲ ਨੂੰ ਇਹਨੇ ਸੁਸਾਈਡ ਕਰ ਲਿਆ ਮੇਰੇ ਤੇ 304 ਵੀ ਲੱਗ ਜਾਣੀ ਹੈ। ਮੈਂ ਤੇ ਆਜੀਵਨ ਜਿਹੜਾ ਉਹ ਮੈਂ ਜੇਲ੍ਹ ਦੇ ਵਿੱਚ ਚਲਾ ਗਿਆ। ਕਹਿੰਦੇ ਵੀ ਮਰ ਕੇ ਵੀ ਖੇਡਾਂ ਨਹੀਂ ਛੁੱਟਣਾ, ਮਰ ਕੇ ਵੀ ਖੇਡਾਂ ਨਹੀਂ, ਜਿੰਦੇ ਜੀ ਮਰਿਆ ਗਿਆ ਜੀ, ਜਿੰਦੇ ਜੀ ਮਰਿਆ ਗਿਆ। ਉਹਨੂੰ ਫਿਰ ਉਹਨਾਂ ਨੇ ਹੁਣ ਵੂਮਨ ਸੈੱਲ ਵਾਲਿਆਂ ਨੇ ਬੁਲਾਇਆ। ਵੂਮਨ ਸੈੱਲ ਵਾਲਿਆਂ ਨੇ ਕਿਹਾ ਕਿ ਤੁਸੀਂ ਇਦਾਂ ਕਰੋ ਕਿ ਉਹ ਕਹਿੰਦਾ ਕਿ ਠੀਕ ਹੈ ਮੈਨੂੰ ਕੋਈ ਦਿੱਕਤ ਨਹੀਂ, ਹਾਲੇ ਵੀ ਮੈਂ ਇਹਦਾ ਟ੍ਰੀਟਮੈਂਟ ਕਰਾਉਣ ਨੂੰ ਤਿਆਰ ਹਾਂ, ਪਰ ਮੈਨੂੰ ਇਹ ਦੱਸਣ ਤੇ ਸੀ ਇਹਨੂੰ ਜਮਾਂਤਰੂ ਪ੍ਰੋਬਲਮ ਕੀ ਹੈ। ਉਹ ਹੁਣ ਕਿਸ ਚੀਜ਼ ਦਾ ਇਲਾਜ ਕਰਾਵਾਂ? ਉਹਨਾਂ ਨੇ ਕਿਹਾ ਕਿ ਤੁਸੀਂ ਜਾ ਕੇ ਆਪਸ 'ਚ ਬੈਠ ਕੇ ਗੱਲ ਕਰੋ। ਉਹਨੇ ਆਪਸ 'ਚ ਬੈਠ ਕੇ ਗੱਲ ਕੀਤੀ, ਕੁੜੀ ਵਾਲਿਆਂ ਨੂੰ ਬੁਲਾਇਆ, ਉਹਦੇ ਸਾਹਮਣੇ ਥਾਣੇ 'ਚ ਤਾਂ ਉਹਨਾਂ ਨੇ ਕਹਿਤਾ ਕਿ ਅਸੀਂ ਕਰ ਲਾਂਗੇ, ਬਾਹਰ ਜਾ ਕੇ ਉਹਨੂੰ ਕਹਿਤਾ ਯਾਰ ਅਸੀਂ ਤੇ ਨਹੀਂ ਤੇਰੇ ਨਾਲ ਜਾ ਸਕਦੇ, ਕਿਉਂਕਿ ਉਹਨੂੰ ਪਤਾ ਹੈ ਜੇ ਇਹ ਬਿਮਾਰੀ ਇਹਨਾਂ ਦੇ ਸਾਹਮਣੇ ਆ ਗਈ, ਉਹਨੂੰ ਮੁੰਡੇ ਨੂੰ ਪਤਾ ਲੱਗ ਗਿਆ ਕਿ ਇਹਦਾ ਪੀਜੀਆਈ ਟ੍ਰੀਟਮੈਂਟ ਚੱਲਦਾ ਪਿਆ ਹੈ, ਇਹਨੂੰ ਦਿਮਾਗੀ ਪ੍ਰੋਬਲਮ ਹੈ, ਔਰ ਇਹਨੂੰ ਪ੍ਰੋਬਲਮ ਜਮਾਂਤਰੂ ਹੈ। ਇਹ ਇਹਨਾਂ ਦੇ ਪਰਿਵਾਰ, ਇਹ ਕੁੜੀ ਦੇ ਘਰਦਿਆਂ ਛੁਪਾਈ ਹੋਣੀ ਗੱਲ। ਐਗਜ਼ੈਕਟਲੀ, ਇਹ ਕੁੜੀ ਦੇ ਘਰਦਿਆਂ ਨੇ ਇਹ ਗੱਲ ਛੁਪਾਈ ਉਹਦੇ ਨਾਲ, ਔਰ ਇਹ ਚੀਜ਼ ਥਾਣੇ ਵਾਲਿਆਂ ਨੇ ਵੀ ਸਮਝ ਲਈ। 2-3 ਵਾਰੀ ਜਦੋਂ ਉਹਨਾਂ ਨੂੰ ਥਾਣੇ ਬੁਲਾਇਆ, ਉਹ ਵੀ ਸਮਝ ਗਏ ਕਿ ਲੜਕੀ 'ਚ ਕੋਈ ਪ੍ਰੋਬਲਮ ਹੈ, ਕਿਉਂਕਿ ਦੇਖੋ 10 ਦਿਨ ਦੇ ਵਿੱਚ ਇਹੋ ਜਿਹਾ ਤਾਂ ਕੁਝ ਘੋਟ ਕੇ ਮੁੰਡੇ ਵਾਲਿਆਂ ਨੇ ਭੁਲਾ ਨਹੀਂ ਦਿੱਤਾ ਕਿ ਬਈ ਉਹ 10 ਦਿਨਾਂ 'ਚ ਉਹਦੀ ਜਿਹੜੀ ਸਮੱਸਿਆ ਹੈ ਉਹ ਐਡੀ ਵੱਡੀ ਹੋ ਗਈ। ਪ੍ਰੋਬਲਮ ਹੈ ਨਾ, ਔਰ ਤੁਸੀਂ ਇਹ ਦੇਖੋ ਮੁੰਡੇ ਦੀ ਹੱਲੇ ਵੀ ਬੜਪਨ ਦੇਖੋ ਮੁੰਡੇ ਦਾ, ਉਹ ਹੱਲੇ ਵੀ ਕਹਿੰਦਾ ਅਸੀਂ ਇਹਦਾ ਟ੍ਰੀਟਮੈਂਟ ਕਰਾਉਂਦੇ ਆ, ਜੇ ਕੱਲ ਨੂੰ ਕੁੜੀ ਠੀਕ ਹੋ ਜਾਂਦੀ ਮੇਰਾ ਘਰ ਵਸਦਾ, ਮੈਨੂੰ ਕੀ ਲੋੜ ਹੈ? ਕਿਉਂਕਿ ਇਹ ਗੁੱਡਾ ਗੁੱਡੀ ਦਾ ਖੇਲ ਤੇ ਹੈ ਨਹੀਂ ਕਿ ਅੱਜ ਵਿਆਹ ਕਰਾ ਲਿਆ ਕੱਲ ਟੁੱਟ ਗਿਆ। ਤੇ ਮਤਲਬ ਇਸ ਚੀਜ਼ ਨੂੰ ਦੇਖਦੇ ਹੋਏ ਉਹ ਵਿਚਾਰਾ ਇੰਨਾ ਪਰੇਸ਼ਾਨ ਸਾਡੇ ਕੋਲ ਆਇਆ, ਅਸੀਂ ਉਹਨੂੰ ਸਮਝਾਇਆ ਕਿ ਕੋਈ ਗੱਲ ਨਹੀਂ। ਮੈਂ ਫਿਰ ਅਸੀਂ ਉਹਨੂੰ ਇਹੀ ਸਮਝਾਇਆ ਕਿ ਦੇਖ ਮੇਰੀ ਗੱਲ ਸੁਣ, ਤੇਰੀ ਜਿਹੜੀ ਚਿੰਤਾ ਹੈ ਉਹ ਬਿਲਕੁਲ ਠੀਕ ਹੈ, ਕੱਲ ਨੂੰ ਹੋ ਸਕਦਾ ਹੈ, ਕਿਉਂਕਿ ਜੇ 7 ਸਾਲ ਤੋਂ ਪਹਿਲਾਂ ਕੁੜੀ ਸੁਸਾਈਡ ਕਰ ਲੈਂਦੀ ਹੈ ਤੇ ਉਹ ਮੁੰਡੇ ਦੇ ਉੱਤੇ 304 ਡਾਊਰੀ ਡੈਥ ਦਾ ਕੇਸ ਬਣ ਜਾਂਦਾ। ਹੁਣ ਦੇਖੋ ਤੁਸੀਂ ਉਹਦਾ ਛੁਟਕਾਰਾ ਨਹੀਂ, ਉਹਦਾ ਛੁਟਕਾਰਾ। ਹੁਣ ਤੁਸੀਂ ਇਹਦੇ 'ਚ ਵੀ ਦੇਖੋ ਕਿੰਨਾ ਚਮਤਕਾਰ ਹੈ ਸਾਡੇ ਕਾਨੂੰਨਾਂ ਦੇ ਵਿੱਚ। ਜੇ ਮੁੰਡਾ ਸੁਸਾਈਡ ਕਰ ਲਿਆ 7 ਸਾਲ ਤੋਂ ਪਹਿਲਾਂ ਤੇ ਪਤਨੀ ਦੇ ਉੱਤੇ ਕੋਈ ਕੇਸ ਨਹੀਂ, ਉਹ ਮੁੰਡੇ ਦੇ ਸਹੁਰਿਆਂ ਤੇ ਕੋਈ ਕੇਸ ਨਹੀਂ, ਮੁੰਡੇ ਦੇ ਮਤਲਬ ਉਹਨਾਂ ਤੇ ਕੋਈ ਕੇਸ ਨਹੀਂ। ਤੇ ਜੇ 7 ਸਾਲ ਤੋਂ ਪਹਿਲੇ ਜੇ ਕੁੜੀ ਸੁਸਾਈਡ ਕਰ ਲੇ ਤੇ ਇਮੀਡੀਏਟਲੀ ਮਾਂ ਵੀ ਅੰਦਰ, ਪਿਓ ਵੀ ਅੰਦਰ, ਤੇ ਘਰ ਦੇ ਸਾਰੇ ਅੰਦਰ, ਜਿਹਦਾ ਨਾਮ ਵੀ ਕੁੜੀ ਦੇ ਮਾਪਿਓ ਨੇ ਲਿਖਾਤਾ। ਦੇਖੋ ਕਿੰਨਾ ਮਤਲਬ ਆ ਤੁਸੀਂ ਲਗਾ ਲਓ ਇੱਕ ਤਰਫੇ ਕਾਨੂੰਨ ਨੇ ਹਨੇਰ ਕਰਦੀ। ਵਾਕਈ ਕਹਿੰਦੇ ਆ ਵੀ ਉਹ ਜਿਹੜੀ ਇਨਸਾਫ ਦੀ ਦੇਵੀ ਅੰਨੀ ਹੁੰਦੀ ਹੈ, ਪੱਟੀ ਬੰਨੀ ਹੁੰਦੀ ਹੈ, ਉਹ ਕੰਮ ਹੀ ਚੱਲ ਰਿਹਾ। ਬਿਲਕੁਲ ਉਹੀ ਚੱਲ ਰਿਹਾ ਜੀ, ਬਿਲਕੁਲ। ਇੱਕ ਚੀਜ਼ ਮੈਂ ਤੁਹਾਡੇ ਤੋਂ ਹੋਰ ਜਾਣਨਾ ਚਾਹਾਂਗਾ। ਪਹਿਲਾਂ ਤਾਂ ਜ਼ਿਆਦਾਤਰ ਆਪਾਂ ਦੇਖਦੇ ਸੀ 406 498 ਦਹੇਜ ਦਾ ਪਰਚਾ ਹੋ ਗਿਆ, ਉਸ ਤੋਂ ਬਾਅਦ ਫਿਰ ਐਲੀਗੇਸ਼ਨ ਕੁੜੀਆਂ 376 ਦਾ ਲਾਣ ਲੱਗ ਗਈਆਂ ਜੀ, ਮੇਰੇ ਨਾਲ ਰੇਪ ਕਰਤਿਆ, ਬਲਾਤਕਾਰ ਕਰ, ਮੇਰੀ ਮਰਜ਼ੀ ਤੋਂ ਬਿਨਾਂ ਮੇਰੇ ਨਾਲ ਸੰਬੰਧ ਬਣਾ ਲਏ। 377 ਦਾ ਵੀ ਕਹਿੰਦੇ ਚਲਨ ਬਹੁਤ ਜ਼ਿਆਦਾ ਹੋ ਗਿਆ, ਅਨਨੈਚੁਰਲ ਸੈਕਸ ਦੀ ਗੱਲ ਉੱਠਣ ਲੱਗ ਗਈ ਹੈ। ਬੜੇ ਮਜ਼ੇਦਾਰ ਪੋਕਸੋ ਐਕਟ ਦੀ, ਇਹਦੇ 'ਚ ਵੀ ਮੈਂ ਤੁਹਾਨੂੰ ਬੜਾ ਮਜ਼ੇਦਾਰ ਕੁਝ ਆંકੜੇ ਜੋੜਨਾ ਚਾਹਨਾ। ਹੋਇਆ ਕੀ ਹੈ ਕਿ 2014 ਦੇ ਵਿੱਚ
ਸਾਡੇ ਹੀ ਸਿਫਤ ਦਾ ਇੱਕ ਸੀਗਾ ਬੰਦਾ, ਉਹ ਸੁਪਰੀਮ ਕੋਰਟ ਗਿਆ, ਉਹਦਾ ਨਾਮ ਸੀ ਅਰਨੇਸ਼ ਕੁਮਾਰ। ਉਹਨੇ ਕੀ ਕੀਤਾ, ਉਹ ਆਪਣੀ ਜ਼ਮਾਨਤ ਨੂੰ ਲੈ ਕੇ ਜਿਹੜਾ ਉਹ ਕੋਰਟ 'ਚ ਗਿਆ ਸੀਗਾ। ਉਹਦੀ ਵਾਈਫ ਡਾਕਟਰ ਸੀ ਔਰ ਉਹ ਸੌਫਟਵੇਅਰ ਇੰਜੀਨੀਅਰ ਸੀ। ਉਹ ਸੁਪਰੀਮ ਕੋਰਟ ਗਿਆ ਕਿ ਚੰਗੇ ਪੇਸ਼ੇ ਤੇ ਸੀ, ਔਰ ਕੁੜੀ ਦੇ ਪਿਓ ਨੇ ਇਹ ਕਸਮ ਖਾਧੀ ਸੀ ਕਿ ਮੈਂ ਇਸ ਮੁੰਡੇ ਨੂੰ ਅੰਦਰ ਕਰਾਣਾ ਹੀ ਕਰਾਣਾ ਐਟ ਐਨੀ ਕਾਸਟ। ਉਹ ਪ੍ਰੈਸਟੀਜ ਇਸ਼ੂ ਬਣ ਗਿਆ। ਮਤਲਬ ਤੁਸੀਂ ਲਗਾ ਲਓ ਕਿ ਇੱਕ ਨੱਕ ਦੀ ਮਤਲਬ ਉਹ ਸਵਾਲ ਹੋ ਗਿਆ। ਹਾਂ ਬਿਲਕੁਲ, ਇੱਜ਼ਤ ਦਾ ਸਵਾਲ, ਮੁੱਛ ਦਾ ਸਵਾਲ ਹੋ ਗਿਆ। ਉਹ ਫਿਰ ਕਰਦੇ ਕਰਾਂਦੇ ਸਟੇਜ ਬਾਈ ਸਟੇਜ ਹਾਈ ਕੋਰਟ ਤੋਂ ਦੀ ਜ਼ਮਾਨਤ ਰੱਦ ਹੋਈ, ਫਿਰ ਉਹ ਸੁਪਰੀਮ ਕੋਰਟ ਚਲਾ ਗਿਆ। ਸੁਪਰੀਮ ਕੋਰਟ 'ਚ ਉਹਨੂੰ ਜ਼ਮਾਨਤ ਮਿਲੀ। ਉਹਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਜਿਹੜੇ ਸਾਡੇ ਮਾਨਨੀय ਜਸਟਿਸ ਜੀ ਸੀਗੇ, ਉਹਨਾਂ ਨੇ ਕੀ ਕਿਹਾ, ਉਹਨਾਂ ਨੇ ਕਿਹਾ ਕਿ ਬਈ ਇੱਕ ਕਾਨੂੰਨ ਬਣਾਤਾ ਉਹਨਾਂ ਨੇ ਸਾਰੇ ਇੰਡੀਆ ਦੇ ਸਾਰੇ ਸਟੇਟਾਂ ਵਾਸਤੇ ਕਿ ਜਿਸ ਵੀ ਕਾਨੂੰਨ ਦੀ ਧਾਰਾ 'ਚ 7 ਸਾਲ ਤੋਂ ਘੱਟ ਦੀ ਸਜ਼ਾ ਹੈ, ਉਹਦੇ ਵਿੱਚ ਪੁਲਿਸ ਨੂੰ ਮੁੰਡੇ ਨੂੰ ਜਾਂ ਕੋਈ ਵੀ ਜਿਹੜਾ ਵੀ ਬੰਦਾ ਹੈ ਉਹਨੂੰ 41A ਦਾ ਨੋਟਿਸ ਦੇਣਾ ਪਏਗਾ। ਤੁਸੀਂ ਉਹਨੂੰ ਇਮੀਡੀਏਟਲੀ ਅਰੈਸਟ ਨਹੀਂ ਕਰ ਸਕਦੇ। 41A CRPC 41A ਦਾ ਨੋਟਿਸ ਦੇਣਾ ਪਏਗਾ, ਜਿਹਦੇ ਵਿੱਚ ਵੀ 7 ਸਾਲ ਤੋਂ ਘੱਟ ਦੀ ਸਜ਼ਾ ਹੈ। ਸਮਝ ਗਿਆ। ਉਹ ਫਿਰ ਉਹ ਨੋਟਿਸ ਆ ਗਿਆ। ਉਹ ਫਿਰ ਉਹਨਾਂ ਨੇ ਕਿਹਾ ਕਿ ਸਾਰੇ DGPs ਨੂੰ, ਸਾਰੀ ਹੋਮ ਮਿਨਿਸਟਰ ਨੂੰ ਇਹ ਚਿੱਠੀ ਭੇਜੀ ਜਾਏ। ਹੋ ਕੀ ਲੱਗਿਆ, ਹੁਣ ਜਦੋਂ ਦਾ ਇਹ 41A ਦਾ ਨੋਟਿਸ ਆ ਗਿਆ, ਹੁਣ 498 'ਚ ਕੀ ਹੈਗਾ, 3 ਸਾਲ ਦੀ ਸਜ਼ਾ ਹੈ। ਹੁਣ ਕੀ ਹੋਇਆ, ਕੁੜੀਆਂ ਨੇ ਦੇਖਿਆ ਕਿ ਯਾਰ 498 'ਚ ਤੇ ਕੋਈ ਵੀ ਮੁੰਡਾ ਹੁਣ ਅੱਜਕੱਲ ਅੰਦਰ ਨਹੀਂ ਹੋ ਰਿਹਾ, ਕਿਉਂਕਿ ਨੋਟਿਸ ਦਿੰਦੇ ਆ, ਉਹ ਇਨਵੈਸਟੀਗੇਸ਼ਨ ਜੁਆਇਨ ਕਰਦਾ ਹੈ, ਕਿਉਂਕਿ ਕੋਈ ਉਹਨਾਂ ਦਾ ਕਸੂਰ ਹੀ ਨਹੀਂ ਹੈ, ਗ੍ਰਿਫਤਾਰ ਕਰਨ ਦੀ ਕੋਈ ਵਜ੍ਹਾ ਹੀ ਨਹੀਂ। ਉਹ ਜਾਂਦੇ ਆ ਆਪਣਾ ਇਨਵੈਸਟੀਗੇਸ਼ਨ ਜੁਆਇਨ ਕਰਦੇ ਆ, ਪੁਲਿਸ ਨਾਲ ਪੂਰਾ ਸਹਿਯੋਗ ਕਰਦੇ ਆ, ਤੇ ਉਹ ਅੰਦਰ ਹੀ ਨਹੀਂ ਹੁੰਦਾ। ਠੀਕ ਹੈ। ਉਹਨਾਂ ਨੇ ਦੇਖਿਆ ਕਿ ਫਿਰ ਯਾਰ ਇਹ ਤੇ ਕੰਮ ਖਰਾਬ ਹੋ ਗਿਆ। ਉਹ ਫਿਰ ਉਹ ਚੱਲ ਪਈਆਂ ਕੁੜੀਆਂ 377 ਵੱਲ। ਵਕੀਲ ਉਹਨਾਂ ਨੂੰ ਜਿਹੜੀ ਹੈ ਇਹ ਨਵੀਂ ਗਾਈਡੈਂਸ ਦੇਣ ਲੱਗੇ, ਕਿਉਂਕਿ ਹੁਣ 377 ਕੀ ਹੈ, ਅਨਨੈਚੁਰਲ ਸੈਕਟ। ਹੁਣ ਤੁਸੀਂ ਮੈਨੂੰ ਇੱਕ ਗੱਲ ਦੱਸੋ, ਇੱਕ ਕਮਰੇ ਦੇ ਵਿੱਚ ਪਤੀ ਪਤਨੀ ਦੇ ਵਿੱਚ ਜੋ ਕੁਝ ਵੀ ਹੋ ਰਿਹਾ, ਦੋਨੋਂ ਬਾਲਗ ਨੇ, ਉਹਨਾਂ ਦਾ ਕੀ ਐਵੀਡੈਂਸ ਹੋ ਸਕਦਾ? ਜਾਂ ਤਾਂ ਫਿਰ ਉਹ ਕਰੀਏ ਕਿ ਕਮਰਿਆਂ ਦੇ ਵਿੱਚ ਵੀ ਕੈਮਰੇ ਲਵਾ ਦਈਏ। ਹੁਣ ਇਹ ਤੇ ਪੋਸੀਬਲ ਨਹੀਂ ਹੈ, ਉਹ ਵੀ ਜੁਰਮ ਹੈ ਸਾਡੇ ਕਾਨੂੰਨ 'ਚ। ਤੇ ਉਹ ਫਿਰ ਹੁਣ ਕੁੜੀਆਂ ਨੇ ਦੇਖਿਆ ਕਿ 377 'ਚ ਕੀ ਹੈ, ਉਹਦੇ ਵਿੱਚ ਸਜ਼ਾ ਜਿਹੜੀ ਹੈ 7 ਸਾਲ ਤੋਂ ਜ਼ਿਆਦਾ ਹੈ। ਉਹਦੇ ਵਿੱਚ ਪੁਲਿਸ ਨੂੰ 41A ਦਾ ਨੋਟਿਸ ਨਹੀਂ ਦੇਣਾ ਪੈਂਦਾ। ਉਹ ਫਿਰ ਕੀ ਹੈ, ਸਿੱਧਾ ਹੀ ਚੁੱਕ ਲੈਂਦੀ ਹੈ। ਉਹਦੇ ਵਿੱਚ ਕੀ ਕਰਦੀਆਂ ਕੁੜੀਆਂ, ਸਹੁਰੇ ਦੇ ਲਾ ਦਿਓ ਜੀ ਇਹਨੇ ਮੈਨੂੰ ਛੇੜਨ ਦੀ ਕੋਸ਼ਿਸ਼ ਕੀਤੀ, ਬ੍ਰਦਰ ਇਨ ਲਾਅ ਤੇ ਲਾ ਦਿਓ, ਇਹਨੇ ਮੈਨੂੰ ਜੀ ਮੇਰੀ ਚੁੰਨੀ ਚੁੱਕਣ ਦੀ ਕੋਸ਼ਿਸ਼ ਕੀਤੀ, ਤਾਂ ਕਿ ਕਿਸੇ ਨਾ ਕਿਸੇ ਤਰੀਕੇ ਦੇ ਪੂਰੇ ਪਰਿਵਾਰ ਨੂੰ ਉਸ ਚੀਜ਼ ਦੇ ਵਿੱਚ ਟਰੈਪ ਕਰ ਲਿੱਤਾ ਜਾਏ। ਪੰਜਾਬੀ ਕਹਿੰਦੇ ਮੱਕੂ ਠੱਪ ਸਕੀਏ ਬੁਰੀ ਤਰੀਕੇ ਨਾਲ। ਸਰ ਇੱਕ ਚੀਜ਼ ਐਡ ਕਰਨਾ ਚਾਹਾਂਗਾ ਪਲੀਜ਼। ਤੁਸੀਂ ਜਦੋਂ ਵੀ ਦੇਖੋਗੇ ਕਿ ਜਦੋਂ 377 ਦੀ ਕੰਪਲੇਂਟ ਆਪਣੇ ਸਹੁਰੇ ਤੇ ਪਾਉਂਦੀਆਂ, ਹਮੇਸ਼ਾ ਇਹ ਗੱਲ ਕਹਿਣਗੇ ਕਿ ਸਹੁਰੇ ਨੇ ਕਿਚਨ ਦੇ ਅੰਦਰ ਆ ਕੇ ਮੈਨੂੰ ਹੱਥ ਪਾਇਆ। ਕੰਮ ਕਰ ਰਹੀ ਸੀ, ਇਹਨੇ ਪਿੱਛੋਂ ਆ ਕੇ ਮੈਨੂੰ ਫੜ ਲਿਆ, ਮਤਲਬ ਪਿੱਛੋਂ ਆ ਕੇ ਮੈਨੂੰ ਹੱਥ ਪਾਇਆ। ਐਟ ਦੈਟ ਇਜ਼ ਅ ਕਾਮਨ ਮਤਲਬ ਲਾਈਨਸ ਐਲੀਗੇਸ਼ਨਸ। ਕੀ ਮਤਲਬ ਤੁਹਾਨੂੰ ਲੱਗਦਾ ਫਿਰ ਬਈ ਜੱਜ ਜਿਹੜੇ ਹੈ ਜਿਨ੍ਹਾਂ ਕੋਲ ਇਨਸਾਫ ਦੀ ਆਸ ਹੁੰਦੀ ਹੈ, ਉਹ ਵੀ ਫਿਰ ਵਨ ਸਾਈਡਡ ਹੋ ਜਾਂਦੇ ਆ? ਕਹਿਣ 'ਚ ਕੋਈ ਆਪਾਂ ਗਲਤ ਤਾਂ ਨਹੀਂ ਗੱਲ ਕਰ ਰਹੇ? ਨਹੀਂ, ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਜੀ। ਦੇਖੋ, ਅਸੀਂ ਇਹ ਕਹਿੰਦੇ ਆ ਕਿ ਜੇ ਮੁੰਡੇ ਨੇ ਗਲਤੀ ਕੀਤੀ ਹੈ ਤੇ ਉਹਨੂੰ ਉਹਦੀ ਸਜ਼ਾ ਮਿਲਣੀ ਚਾਹੀਦੀ ਹੈ। ਜੇ ਕੁੜੀ ਨੇ ਗਲਤੀ ਕੀਤੀ ਹੈ ਤੇ ਕੁੜੀ ਨੂੰ ਵੀ ਸਜ਼ਾ ਬਰਾਬਰ ਮਿਲਣੀ ਚਾਹੀਦੀ ਹੈ। ਹੁਣ ਤੁਸੀਂ, ਮੈਂ ਦੱਸਾਂ ਕਿ ਇੱਕ ਬੰਦਾ ਸਾਡੇ NGO 'ਚ ਦਾ ਫੋਨ ਆਇਆ, ਸਾਡੇ ਨਾਲ ਜੁੜਿਆ ਹੋਇਆ ਕਾਫੀ ਦੇਰ ਤੋਂ, ਉਹ ਵਿਚਾਰਾ 20 ਸਾਲ ਸਜ਼ਾ ਕੱਟ ਕੇ ਆਇਆ 376 ਦੇ ਵਿੱਚ ਬਲਾਤਕਾਰ ਦੇ ਕੇਸ 'ਚ। ਮਤਲਬ ਕਿਸੇ ਨੇ ਉਹਦੇ ਤੇ ਐਲੀਗੇਸ਼ਨ ਲਗਾਇਆ ਕਿ ਉਹ 20 ਸਾਲ, ਦੋਸਤ ਕਹਿ ਲਓ ਉਹਦੀ, ਹਾਂ ਕੁਝ ਵੀ, ਦੋਸਤ ਕਹਿ ਲਓ, ਕਲੀਗ ਕਹਿ ਲਓ, ਕੋਈ ਵੀ ਕਹਿ ਲਓ, ਉਹ 20 ਸਾਲ ਤੁਸੀਂ ਲਗਾ ਲਓ ਕਿ 376 ਦੇ ਵਿੱਚ ਸਜ਼ਾ ਕੱਟ ਕੇ ਆਇਆ, ਜ਼ਿੰਦਗੀ ਖਤਮ ਹੋ ਗਈ। ਤੇ ਸੁਪਰੀਮ ਕੋਰਟ ਨੇ ਕਿਹਾ ਉਹਨੂੰ ਬਾਅਦ 'ਚ ਬਰੀ ਕਰਦੇ ਹੋਏ ਕਿ ਇਹਦਾ ਵਿੱਚ ਕਸੂਰ ਹੀ ਕੋਈ ਨਹੀਂ ਸੀਗਾ। ਔਰ ਤੁਸੀਂ ਹੁਣ ਲਗਾ ਲਓ ਕਿ ਉਸ ਬੰਦੇ ਦੇ ਉੱਤੇ ਕੀ ਬੀਤੀ ਹੋਏਗੀ, ਉਹਦਾ ਪਰਿਵਾਰ। 20 ਸਾਲ ਸਜ਼ਾ ਕੱਟ ਲਈ, 20 ਸਾਲ ਉਹ ਜੇਲ੍ਹ ਦੇ ਵਿੱਚ ਸੀ। ਮਤਲਬ ਜੇ 20 ਸਾਲ ਦਾ ਗਿਆ ਸੀ, 40 ਸਾਲ ਦਾ ਬਾਹਰ ਆਇਆ। ਹਾਈ ਕੋਰਟ ਨੇ ਨਹੀਂ 20 ਸਾਲ ਟੋਟਲ ਹਾਈ ਕੋਰਟ ਨੇ ਉਹਦੀ ਸਜ਼ਾ ਬਰਕਰਾਰ ਕਰਤੀ ਸੀ। ਜਦੋਂ ਉਹ ਸੁਪਰੀਮ ਕੋਰਟ ਗਿਆ ਤੇ ਸੁਪਰੀਮ ਕੋਰਟ ਨੇ ਜਿਹੜੀ ਆ ਉਹਦੀ ਸਜ਼ਾ ਜਿਹੜੀ ਆ ਉਹ ਖਤਮ ਕਰਤੀ। ਉਹਨਾਂ ਨੇ ਕਿਹਾ ਕਿ ਇਹਦੇ ਤੇ 376 ਦਾ ਜਿਹੜਾ ਮੁਕੱਦਮਾ ਉਹ ਗਲਤ ਦਰਜ ਹੋਇਆ, ਬਣਦਾ ਹੀ ਨਹੀਂ। ਹੁਣ ਤੁਸੀਂ ਦੇਖੋ, ਉਹਦਾ ਪਰਿਵਾਰ ਖਤਮ ਹੋ ਗਿਆ, ਉਹਦਾ ਕੈਰੀਅਰ ਖਤਮ ਹੋ ਗਿਆ, ਉਹਦਾ ਸਮਾਜ 'ਚ ਬਿਲਕੁਲ ਆਪਣੀ ਜਨਰੇਸ਼ਨ ਖਤਮ, ਉਹਦੀ ਜਨਰੇਸ਼ਨ ਖਤਮ, ਉਹਦਾ ਨਾਮ ਖਤਮ ਹੋ ਗਿਆ। ਤੇ ਹੁਣ ਕੰਪਨਸੇਸ਼ਨ ਦੇ ਨਾਮ ਤੇ ਕੁੜੀ ਦੇ ਨਾਲ ਦੇਖੋ ਇਹੋ ਜਿਹਾ ਵਾਪਰੇ, ਅਸੀਂ ਕਹਿੰਨਾ ਕਿਸੇ ਨਾਲ ਇਹੋ ਜਿਹਾ ਨਾ ਵਾਪਰੇ, ਕੁੜੀ ਨਾਲ ਵਾਪਰੇ ਤੇ ਉਹਨੂੰ ਕੰਪਨਸੇਸ਼ਨ ਮਿਲਦੀ ਹੈ। ਜੇ ਹੁਣ ਇਹੋ ਜਿਹਾ 10 ਲੱਖ ਕਿੰਨੀ ਹੈ, ਮਤਲਬ 10 ਲੱਖ ਹੈ, 20 ਲੱਖ ਹੈ, ਉਹ ਸਰਕਾਰਾਂ ਦੇ ਅਲੱਗ-ਅਲੱਗ ਸਰਕਾਰਾਂ ਦੇ ਡਿਪੈਂਡ ਕਰਦਾ। ਨਹੀਂ ਕੇਸ ਤੇ ਨਹੀਂ, ਸਰਕਾਰਾਂ ਨੇ ਅਲੱਗ-ਅਲੱਗ ਸਟੇਟਸ ਦੀਆਂ ਅਲੱਗ-ਅਲੱਗ ਕੰਪਨਸੇਸ਼ਨ ਸਕੀਮਸ ਨੇ, ਉਹਦੇ ਤਹਿਤ ਜਿਹੜੀਆਂ ਉਹ ਸਰਕਾਰਾਂ ਜਿਹੜੀਆਂ ਉਹ ਉਹਨਾਂ ਨੂੰ ਕੰਪਨਸੇਸ਼ਨ ਦਿੰਦੀਆਂ। ਮਤਲਬ ਇੰਨਾ ਧੱਕਾ ਹੋ ਰਿਹਾ ਨਾ, ਮਤਲਬ ਮੁੰਡਿਆਂ ਨਾਲ ਕੁਝ ਵੀ ਨਹੀਂ ਜੀ। ਮੈਂ ਤੁਹਾਨੂੰ ਇਹੀ ਤੇ ਦੱਸ ਰਿਹਾ। ਤੁਸੀਂ ਦੇਖੋ, ਅੱਜ ਇੱਕ
ਕੁੱਤੇ ਨੂੰ ਤੁਸੀਂ ਸੜਕ ਤੇ ਚੱਲਦੇ ਨੂੰ ਜੇ ਤੁਸੀਂ ਉਹਨੂੰ ਕੁਝ ਕਹਿਤਾ ਨਾ ਜਾਂ ਉਹਨੂੰ ਪੱਥਰ ਵੀ ਮਾਰਤਾ ਤੁਹਾਡੇ ਤੇ ਪਰਚਾ ਦਰਜ ਹੋ ਜਾਣਾ। ਇੱਕ ਪੁਰਸ਼ ਹੈ ਜਿਹੜਾ ਇਸ ਦੇਸ਼ ਨੂੰ ਬਣਾ ਰਿਹਾ ਹੈ, ਇਸ ਦੇਸ਼ ਨੂੰ ਸੰਭਾਲ ਰਿਹਾ ਹੈ, ਇੰਨਾ ਜ਼ਿਆਦਾ ਟੈਕਸ ਦੇ ਰਿਹਾ ਹੈ ਔਰ ਉਹਦੇ ਨਾਮ ਤੇ ਸਰਕਾਰ ਕੋਲ ਕਾਨੂੰਨ ਤੇ ਜਦੋਂ ਦੂਰ ਦੀ ਗੱਲ ਹੈ ਇੱਕ ਆਯੋਗ ਹੀ ਬਣਾ ਦਿੰਦੇ। ਕੋਈ ਸੁਸਾਈਡ ਦੀ ਰੇਸ਼ੋ ਵੀ ਵੱਧ ਰਹੀ ਹੈ ਮੁੰਡਿਆਂ ਦੀ। ਸੁਸਾਈਡ ਦਾ ਦੇਖੋ, ਸੁਸਾਈਡ ਦਾ ਮੈਂ ਤੁਹਾਨੂੰ ਦੱਸਦਾ ਇੰਨਾ ਸ਼ੌਕਿੰਗ ਮਤਲਬ ਆંકੜੇ ਹੈਗੇ ਕਿ ਤੁਸੀਂ ਸੁਣੋਗੇ ਤੇ ਮਤਲਬ ਸਾਡੀਆਂ ਅੱਖਾਂ ਫਟ ਜਾਂਦੀਆਂ। ਮਤਲਬ 2020 ਦਾ ਜਿਹੜਾ NCRB ਦਾ ਆંકੜਾ ਹੈ ਉਹਦੇ ਵਿੱਚ ਕਹਿੰਦੇ ਹੈ ਕਿ 1,08,000 ਮੁੰਡਾ ਉਹ ਹਰ ਸਾਲ ਆਤਮ ਹੱਤਿਆ ਕਰ ਰਿਹਾ ਹੈ। 2020 ਦਾ ਜਿਹੜਾ ਆંકੜਾ ਗਵਰਨਮੈਂਟ ਸਿਰਫ ਤੇ ਸਿਰਫ ਫੇਕ ਐਲੀਗੇਸ਼ਨਸ ਤੇ ਹਾਂਜੀ ਜਿਹੜੇ ਔਰਤਾਂ ਨੇ ਲਾਤੇ ਪਰਿਵਾਰਿਕ ਸਮੱਸਿਆਵਾਂ ਕਰਕੇ 1,08,000 ਮੁੰਡਾ ਜਿਹੜਾ ਉਹ ਹਰ ਸਾਲ ਸੁਸਾਈਡ ਕਰ ਰਿਹਾ ਹੈ। 2020 ਦਾ ਆંકੜਾ ਹੈ ਔਰ ਜਿਹੜੀ ਮਹਿਲਾ ਹੈ ਉਹ ਸਿਰਫ 44,000 ਹੈ। ਅੱਧੀ ਵੀ ਨਹੀਂ ਹੈ ਉਹਦੀ। ਅੱਧੀ ਵੀ ਨਹੀਂ। 2.5 ਟਾਈਮਸ ਜਿਹੜਾ ਮੁੰਡਾ ਹੈ ਉਹ ਮਤਲਬ ਕੁੜੀਆਂ ਮਤਲਬ ਲਗਾ ਲਓ ਕਿ ਮਹਿਲਾਵਾਂ ਨਾਲੋਂ ਜ਼ਿਆਦਾ ਸੁਸਾਈਡ ਹੋ ਰਿਹਾ 2.5 ਗੁਣਾ। ਔਰ ਅਸੀਂ ਇਸ ਰੇਸ਼ੋ ਨੂੰ ਔਰ ਇਹ ਰੇਸ਼ੋ ਤੁਸੀਂ ਲਗਾ ਲਓ ਸਾਲਾਂ ਦਰ ਸਾਲ ਸਾਡੇ ਕੋਲ ਆંકੜੇ ਅਸੀਂ ਤੁਹਾਡੇ ਨਾਲ ਸ਼ੇਅਰ ਵੀ ਕਰਾਂਗੇ। ਸਾਲਾਂ ਦਰ ਸਾਲ ਜਿਹੜੇ ਇਹ ਆંકੜੇ ਨੇ ਇਹ ਵੱਧ ਰਹੇ ਨੇ, ਘਟ ਨਹੀਂ ਰਹੇ। ਮਤਲਬ ਕਿ ਪਹਿਲੇ ਤੁਸੀਂ ਲਗਾ ਲਓ ਕਿ 2014-15 ਦੇ ਵਿੱਚ ਹਰ 8 ਮਿੰਟ 'ਚ ਇੱਕ ਪੁਰਸ਼ ਆਤਮ ਹੱਤਿਆ ਕਰਦਾ ਸੀ ਤੇ ਹੁਣ ਅੱਜ ਅਸੀਂ 2022 ਦੀ ਗੱਲ ਕਰ ਰਹੇ ਹਾਂ। ਜਿਹੜੇ 2020 ਦੇ ਆંકੜਿਆਂ ਦੇ ਹਿਸਾਬ ਨਾਲ ਕੈਲਕੂਲੇਟ ਕਰੀਏ ਤੇ ਹਰ 5 ਮਿੰਟ 'ਚ ਇੱਕ ਪੁਰਸ਼ ਆਤਮ ਹੱਤਿਆ ਕਰ ਰਿਹਾ। ਉਹਦੇ ਚ ਮਤਲਬ ਜ਼ਿਆਦਾ ਪਰਸੈਂਟੇਜ ਵਾਈਫ ਦੇ ਐਲੀਗੇਸ਼ਨ ਨੇ ਜਾਂ ਔਰਤਾਂ ਦੇ ਨੇ? ਉਹ ਤੁਹਾਡੀਆਂ ਫਰੈਂਡ ਵੀ ਹੋ ਸਕਦੀਆਂ। ਤੁਸੀਂ ਜ਼ਿਆਦਾ ਪਰਸੈਂਟੇਜ ਕੀ? ਜ਼ਿਆਦਾ ਪਰਸੈਂਟੇਜ ਉਹਦੇ ਵਿੱਚ ਜਿਹੜੀ ਹੈ ਉਹ ਵਾਈਫ ਪਤਨੀਆਂ ਦੀ ਹੈ। ਅੱਛਾ, ਪਤਨੀਆਂ ਕਰਕੇ ਹੀ ਜ਼ਿਆਦਾ ਇਹ ਜਿਹੜੇ ਆંકੜੇ ਨੇ ਇਹ ਜ਼ਿਆਦਾ ਜਿਹੜੇ ਨੇ ਉਹ ਵੱਧ ਰਹੇ ਨੇ ਜੀ। ਸੋ ਸਾਡੇ ਨਾਲ ਜਿਹੜਾ ਹੈਗਾ ਆਪਣਾ ਰਜਤ ਆਹੂਜਾ ਵੀ ਮੌਜੂਦ ਹੈਗੇ ਨੇ। ਰਜਤ ਜੀ, ਤੁਹਾਡਾ ਸੇਵ ਇੰਡੀਅਨ ਫੈਮਿਲੀ ਨਾਲ ਕਿੱਦਾਂ ਜੁੜਨਾ ਹੋਇਆ ਸੀ? ਸਰ ਮੈਂ ਐਕਚੁਅਲੀ ਇੱਕ ਮਰਚੈਂਟ ਨੇਵੀ ਆਫੀਸਰ ਹਾਂ ਜੀ। ਤੇ ਮੈਂ ਸ਼ਿਪ ਤੇ ਹੀ ਸੀ ਤੇ ਮੇਰੀ ਵਾਈਫ ਨੇ ਪਤਾ ਲੱਗਿਆ ਕਿ ਕੰਪਲੇਂਟ ਫਾਈਲ ਕੀਤੀ ਹੈ। ਅਰੇਂਜ ਮੈਰਿਜ ਸੀ? ਨਹੀਂ, ਲਵ ਮੈਰਿਜ ਸੀ। 10 ਇਅਰਸ ਦੀ ਕੋਰਟਸ਼ਿਪ ਮਤਲਬ ਅਫੇਅਰ ਸੀ, ਉਸ ਤੋਂ ਬਾਅਦ ਮੈਰਿਜ ਹੋਈ। ਅੱਛਾ, ਲਵ ਕਮ ਅਰੇਂਜ ਕਹਿ ਸਕਦੇ ਲਵ ਕਮ ਅਰੇਂਜ ਮੈਰਿਜ। ਅੱਛਾ, ਤੇ ਮੈਂ ਵਾਸ ਇਨ ਵਿਚ ਈਅਰ, ਕਿਹੜੇ ਸਾਲ? 2014 ਚ। ਅੱਛਾ ਜੀ। ਤੋ ਉਸ ਤੋਂ ਮਤਲਬ ਸਭ ਕੁਝ ਠੀਕ ਚੱਲ ਰਿਹਾ ਸੀ। ਦੈਨ 2017 ਚ ਵੈਨ ਸ਼ੀ ਵਾਸ ਪ੍ਰੈਗਨੈਂਟ ਜੀ ਤੇ ਆਪਣੇ ਪੇਰੈਂਟਸ ਵੱਲ ਚਲੀ ਗਈ। ਮੈਂ ਸ਼ਿਪ ਤੇ ਚਲਾ ਗਿਆ ਆਪਣੀ ਡਿਊਟੀਆਂ ਕਰਕੇ। ਤਾਂ ਪਿੱਛੇ ਜਾ ਕੇ ਉਹਨਾਂ ਨੇ ਕੰਪਲੇਂਟ ਕਰਤੀ ਤੇ ਮੈਨੂੰ ਪਤਾ ਲੱਗਿਆ, ਮੇਰੇ ਘਰ ਨੋਟਿਸ ਆਇਆ ਤੇ ਮੈਂ ਬੜਾ ਪਰੇਸ਼ਾਨ ਕਿ ਮਤਲਬ ਕਿਹਨੂੰ ਸੁਜੈਸਟ ਕਰਾਂ, ਕਿੱਧਰ ਜਾਵਾਂ ਜਾਂ ਪਾਣੀ 'ਚ ਉੱਥੇ ਕੋਈ ਮਤਲਬ ਸਬੰਧ ਖੱਟੇ ਹੋ ਚੁੱਕੇ ਸੀ ਜਦ ਤੱਕ? ਨਹੀਂ ਸਰ, ਇੱਦਾਂ ਕੁਝ ਨਹੀਂ ਸੀ। ਕੋਈ ਇੰਟੀਮੇਸ਼ਨ ਵੀ ਨਹੀਂ ਸੀ? ਕੁਝ ਇੱਦਾਂ ਦੀ ਕੋਈ ਇੰਟੀਮੇਸ਼ਨ ਨਹੀਂ ਸੀ। ਅੱਛਾ। ਤੇ ਮੈਂ ਬੜਾ ਪਰੇਸ਼ਾਨ, ਮੈਂ ਕਿੱਧਰ ਜਾਵਾਂ। ਕਦੀ ਲੱਗਿਆ ਕਿ ਪਾਣੀ ਚਲਦੇ ਹੋਏ ਜਹਾਜ਼ ਤੋਂ ਹੀ ਪਾਣੀ 'ਚ ਛਾਲ ਮਾਰਦਾ। ਇੰਨੇ ਮਤਲਬ ਪਰੇਸ਼ਾਨ ਹੋ ਗਏ ਸੀ? ਪਰੇਸ਼ਾਨ। ਕਿਸੇ ਨਾਲ ਤੁਸੀਂ ਗੱਲ ਨਹੀਂ ਕਰ ਸਕਦੇ, ਸ਼ਿਪ ਤੇ ਕੋਈ ਹੈ ਨਹੀਂ ਤੁਹਾਡੇ ਨਾਲ ਗੱਲ ਕਰਨ ਲਈ। ਤੇ ਮੈਂ ਉੱਦਾਂ ਹੀ ਨੈਟ ਸਰਚ ਕਰ ਰਿਹਾ ਸੀ ਤੇ ਮੈਨੂੰ ਇਹਨਾਂ ਦੀ ਹੈਲਪਲਾਈਨ ਦਾ ਨੰਬਰ ਮਿਲਿਆ 8882498498। ਠੀਕ ਹੈ ਸਰ, ਉਹ ਦਿਨ ਹੈ ਤੇ ਅੱਜ ਦਾ ਦਿਨ ਹੈ ਤੇ ਫਿਰ ਮੈਂ ਇਸ ਸੰਸਥਾ ਨਾਲ ਜੁੜ ਗਿਆ। ਤੇ ਹਾਲੇ ਵੀ ਮੇਰੇ ਕੋਰਟ ਕੇਸਿਸ ਚੱਲ ਰਹੇ ਹੈ, ਸਾਰਾ ਕੁਝ ਹੋ ਰਿਹਾ ਤੇ ਐਟ ਦਾ ਸੇਮ ਟਾਈਮ ਮੈਂ ਹੁਣ ਜਿੱਦਾਂ ਇਹਨਾਂ ਦੇ ਵੀਕਲੀ ਮੀਟਿੰਗਸ ਹੁੰਦੀਆਂ ਸਾਡੀ ਸ਼ਾਂਤੀ ਕੁੰਜ 4 ਤੋਂ 6 ਸਮਰਸ ਐਂਡ ਵਿੰਟਰਸ 3 ਤੋਂ 5 ਤੇ ਹੁਣ ਮੈਂ ਵੀ ਇੱਕ ਤਰ੍ਹਾਂ ਦਾ ਲੋਕਾਂ ਨੂੰ ਗਾਈਡ ਕਰਦਾ ਕਿ ਮੈਂ ਕਿਸ ਚੀਜ਼ ਚੋਂ ਨਿਕਲਿਆ। ਨਹੀਂ, ਅੱਛਾ, ਤੁਹਾਡੇ ਕੇਸ ਨੂੰ ਆਪਾਂ ਐਜ਼ ਅ ਐਗਜ਼ਾਮਪਲ ਹੀ ਲੈਂਦੇ ਆ। ਲਵ ਕਮ ਅਰੇਂਜ ਸੀਗੀ, ਕੁਛ ਚਿਰ ਚਲੋ ਪਿਆਰ ਰਿਹਾ, ਤੁਹਾਡਾ ਸਬੰਧ ਰਹੇ, ਬਾਅਦ ਚ ਵਿਆਹ ਵੀ ਤੁਹਾਡੇ ਨਾਲ ਹੋ ਗਿਆ। ਵਜ੍ਹਾ ਤੁਸੀਂ ਫਾਈਂਡ ਆਊਟ ਕਰ ਪਾਏ ਕਿਉਂ ਇਸ ਨੌਬਤ ਤੇ ਆ ਗਿਆ ਕਿ ਡਿਵੋਰਸ ਤੱਕ ਪੋਜੀਸ਼ਨ ਪਹੁੰਚ ਗਈ ਹੈ, ਜਦ ਕਿ ਤੁਹਾਡੇ ਬੇਟਾ ਵੀ ਹੈ ਸ਼ਾਇਦ? ਹਾਂਜੀ, ਮੇਰਾ ਬੇਟਾ ਕਿੰਨੇ ਸਾਲ ਦਾ ਹੈ? ਬੇਟਾ 5 ਸਾਲ ਦਾ ਹੋ ਗਿਆ। 2017 ਚ ਬੇਟਾ ਹੋਇਆ ਤਾਂ ਉਦੋਂ ਤੋਂ ਹੀ ਕੇਸਿਸ ਮੇਰੇ ਸਟਾਰਟ ਹੋ ਗਏ। ਅੱਛਾ, ਤਾਂ ਕਿਉਂ ਮਤਲਬ ਸਬੰਧ ਵਿਗੜ ਗਏ? ਵਜ੍ਹਾ ਸਰ, ਅੱਜ ਕੱਲ੍ਹ ਇੱਕ ਤਾਂ ਟੈਂਡੈਂਸੀ ਹੈ ਕਿ ਕੁੜੀਆਂ ਜੁਆਇੰਟ ਫੈਮਿਲੀ 'ਚ ਨਹੀਂ ਰਹਿਣਾ ਚਾਹੁੰਦੀਆਂ, ਆਪਣੇ ਸੱਸ ਸਹੁਰੇ ਨਾਲ ਨਹੀਂ ਰਹਿਣਾ ਚਾਹੁੰਦੀਆਂ। ਨਿਊਕਲੀਅਰ ਫੈਮਿਲੀ ਪਲੱਸ ਅੱਜ ਕੱਲ੍ਹ ਇੱਕ ਮੋਬਾਈਲ ਫੋਨ ਕਰਕੇ ਔਰ ਜਿਹੜੀ ਸੱਸ ਹੁੰਦੀ ਹੈ ਮੁੰਡੇ ਦੀ, ਉਹਦੀ ਇੰਟਰਫੇਰੈਂਸ ਆਪਣੀ ਬੇਟੀ ਦੀ ਮੈਰਿਡ ਲਾਈਫ 'ਚ ਬਹੁਤ ਜ਼ਿਆਦਾ ਹੈ। ਦੈਟ ਇਜ਼ ਆਲਸੋ ਵਨ ਆਫ ਦਾ ਰੀਜ਼ਨ। ਸ਼ਾਮੀ ਰੋਜ਼ ਫੋਨ ਇਟ ਇਜ਼ ਦਾ ਮੇਨ ਰੀਜ਼ਨ ਔਰ ਵਨ ਆਫ ਦਾ ਰੀਜ਼ਨ? ਨੋ, ਇਟ ਇਜ਼ ਦਾ ਮੇਨ ਰੀਜ਼ਨ ਆਈ ਵੁੱਡ ਸੇ। ਅੱਛਾ, ਇਹ ਇੱਕ ਮੇਨ ਰੀਜ਼ਨ ਹੈ। ਅੱਜ ਕੱਲ੍ਹ ਫੋਨ ਹੈ, ਜਦੋਂ ਦਿਲ ਕੀਤਾ ਹਰ ਇੱਕ ਮਿੰਟ ਦੀ, ਹਰ ਇੱਕ ਸੈਕਿੰਡ ਦੀ ਖਬਰ ਉੱਧਰ ਪਹੁੰਚਾਣੀ, ਉੱਧਰੋਂ ਖਬਰ ਇੱਧਰ ਆਣੀ ਤੇ ਇਹੀ ਘਰ ਖਰਾਬ ਹੋ ਰਿਹਾ। ਮਤਲਬ ਅੱਛਾ, ਉਹ ਮਾਂ ਦੇ ਕਹਿੰਦੇ ਮੰਮੀ ਅੱਜ ਲੂਣ ਜ਼ਿਆਦਾ ਪੈ ਗਿਆ ਸੀਗਾ, ਉਹਨੇ ਮੈਨੂੰ ਝਿੜਕਤਿਆ ਜਾਂ ਸੱਸ ਨੇ ਸੁਣਾਤਿਆ ਜਾਂ ਘਰ ਵਾਲਾ ਕਹਿੰਦਾ ਮੈਨੂੰ ਚੰਗੀ ਲੱਗੀ। ਮਤਲਬ ਮੋਬਾਈਲ ਫੋਨ ਕਹਿ ਲਓ ਇੱਕ ਕਾਰਨ ਹੋ ਸਕਦਾ। ਇੱਕ ਟੈਕਨੋਲੋਜੀ ਅੱਜ ਕੱਲ੍ਹ ਦੀ। ਦੋਸਤੋ, ਦਰਸ਼ਕੋ, ਮੈਂ ਵੀ ਤੁਹਾਡੇ ਨਾਲ ਸਾਂਝਾ ਕਰਾਂਗਾ। ਰਜਤ ਉਹਨਾਂ ਨੇ ਜਿਹੜੀ ਗੱਲ ਕੀਤੀ ਹੈ ਨਾ, ਕਹਿੰਦੇ ਪੁਰਾਣੇ ਟਾਈਮਾਂ ਦੇ ਵਿੱਚ ਧੀਆਂ ਘਰ ਤੋਂ ਦੂਰ ਪਤਾ ਕਿਉਂ ਵਿਆਹੁੰਦੇ ਹੁੰਦੇ ਸੀਗੇ? ਇਸ ਕਰਕੇ ਕਿ ਜਦੋਂ ਧੀ ਆਵੇ, ਸੁੱਖ ਦੁੱਖ ਤੇ ਆਵੇ ਤੇ ਆਪਣਾ ਜਿਹੜਾ ਗੁੱਸਾ ਗਿਲਾ ਹੈਗਾ ਉਹ ਫੋਲ ਕੇ ਚੱਲ ਜੇ। ਉਹੀ ਗੱਲ ਹੈ ਕਿ ਪਹਿਲਾਂ ਜਦੋਂ ਮੋਬਾਈਲ ਨਹੀਂ ਹੁੰਦੇ ਸੀ, ਲੈਂਡਲਾਈਨ ਨਹੀਂ ਹੁੰਦੇ ਸੀ, ਤਾਂ ਬੜਾ ਹਾਈ ਰੇਟ ਸੀਗਾ ਜਿਹੜਾ ਘਰ ਵਸਣ ਦਾ ਹੁੰਦਾ ਸੀਗਾ। ਸੋ ਜਿੱਦਾਂ ਹੁਣ ਰਜਤ ਹੁਣੀ ਦੱਸ ਰਹੇ ਸੀਗੇ। ਅੱਛਾ, ਤੇ ਇਹੀ ਕਾਰਨ ਮਤਲਬ ਕਿ ਗੱਲ ਵਿਗੜਦੀ ਇੰਨੀ ਵਿਗੜ ਗਈ?
ਸਰ ਇੱਕ ਇਹ ਵੀ ਰੀਜ਼ਨ ਹੋ ਗਿਆ। ਉਸ ਤੋਂ ਬਾਅਦ ਅੱਜ ਕੱਲ੍ਹ ਇੱਕ ਟੈਂਪਰਮੈਂਟ ਹੈਗਾ, ਜਿੱਦਾਂ ਹੁਣ ਮੇਰੀ ਵਾਈਫ ਵਰਕਿੰਗ ਹੈ, ਹੁਣ ਉਹਦੇ ਲਈ ਮਤਲਬ ਜਿੱਦਾਂ ਕਹੋ ਕਿ ਇੱਕ ਮਤਲਬ ਅਰਨ ਕਰ ਰਹੀ ਹੈ, ਆਪਣਾ ਸੈਲਫ ਸਫੀਸ਼ੀਐਂਟ ਹੈਗੀ ਹੈ। ਤੋ ਇੱਕ ਉਹ ਬੜਾ ਵੱਡਾ ਰੀਜ਼ਨ ਹੋ ਗਿਆ ਕਿ ਕਹਿੰਦੀ ਮੈਂ ਕਮਾ ਰਹੀ ਹਾਂ, ਤੂੰ ਵੀ ਕਮਾ ਰਹੀ ਹੈ, ਮੈਂ ਤੇਰੇ ਬਰਾਬਰ ਹਾਂ। ਮੈਂ ਤੇਰੇ ਬਰਾਬਰ ਹਾਂ। ਬਟ ਜਦੋਂ ਆਪਾਂ ਲਾਅ ਦੀ ਗੱਲ ਕਰਦੇ ਹਾਂ, ਜਦੋਂ ਮੇਨਟੇਨੈਂਸ ਲੈਣ ਦੀ ਗੱਲ ਆਉਂਦੀ ਹੈ, ਉਦੋਂ ਫਿਰ ਉਹ ਅਬਲਾ ਬਣ ਜਾਂਦੀ ਹੈ। ਨਹੀਂ, ਹੁਣ ਮੈਨੂੰ ਸੇਮ ਸਟੇਟਸ ਚਾਹੀਦਾ ਮੇਰੇ ਹਸਬੈਂਡ ਦੇ ਬਰਾਬਰ। ਫਿਰ ਉਹ ਬੇਸਹਾਰਾ ਹੋਗੀ, ਡੈਸਟੀਟਿਊਟ ਲੇਡੀ ਹੋਗੀ ਫਿਰ ਉਹ। ਹਾਂਜੀ, ਬਿਲਕੁਲ ਸਹੀ ਜੀ। ਤੇ ਇਹ ਮਤਲਬ ਇੱਕ ਫਿਰ ਉੱਧਰ ਆ ਕੇ ਜੀ ਮੈਨੂੰ ਮਹੀਨੇ ਦਾ 1.5 ਲੱਖ ਰੁਪਏ ਚਾਹੀਦਾ, ਜਦ ਕਿ ਉਹ ਆਪ 1 ਲੱਖ ਰੁਪਏ ਕਮਾ ਰਹੀ ਹੈ। ਅੱਛਾ, ਤੇ 1.5 ਲੱਖ ਤੁਹਾਡੇ ਤੋਂ ਭਾਲ ਰਹੀ ਹੈ। 1.5 ਲੱਖ 1 ਲੱਖ ਰੁਪਏ ਆਪਣੇ ਲਈ, 50,000 ਰੁਪਏ ਬੱਚੇ। ਇਹਦੇ ਵਿੱਚ ਨਹੀਂ, ਮੈਂ ਕੁਝ ਜੋੜਨਾ ਚਾਹਾਂਗਾ। ਹੁਣੇ ਤੁਹਾਨੂੰ ਮੈਂ ਲਵਾਂਗਾ, ਸਵਾਲ ਮੇਰੇ ਮਨ 'ਚ ਆ ਗਿਆ, ਤੇ ਬੇਟਾ ਕੀ ਹਲੇ ਕੀ ਸਮਝਦਾ ਕੀ ਮੰਮੀ ਪਾਪਾ 'ਚ ਲੜਾਈ ਚੱਲ ਰਹੀ ਹੈ? ਨਹੀਂ ਸਰ, ਹਾਲੇ ਤਾਂ ਸਮਝਦੇ ਨਹੀਂ। ਹਾਲੇ ਤਾਂ ਸਿਰਫ ਉਹ ਇਹ ਸਮਝਦਾ ਕਿ ਇੱਕ ਡੈਡੀ ਵਰਡ ਨੂੰ ਸਮਝਦਾ, ਡੈਡੀ ਆਂਦਾ ਗਿਫਟਸ ਲੈ ਕੇ ਜਾਂਦਾ, ਦੇ ਕੇ ਜਾਂਦਾ ਬਸ। ਨਹੀਂ ਤੇ ਤੁਹਾਡੇ ਮਨ 'ਚ ਨਹੀਂ ਹੈਗਾ ਕੋਈ ਕੰਪਰੋਮਾਈਜ਼ ਕਰ ਸਕੀਏ, ਭਾਵੇਂ ਬੱਚੇ ਦੇ ਨਾਂ ਤੇ ਹੀ ਕਰ ਨਹੀਂ ਲਈਏ? ਸਰ, ਅਸੀਂ ਹਰ ਤਰ੍ਹਾਂ ਦਾ ਟਰਾਈ ਕੀਤਾ, ਬਟ ਹੁਣ ਕੰਪਰੋਮਾਈਜ਼ ਤੋਂ ਗੱਲ ਬਾਹਰ ਹੀ ਹੈ। ਪਾਣੀ ਲੰਘ ਗਿਆ ਸਿਰ ਤੋਂ। ਹਾਂਜੀ ਜੀ, ਤੁਸੀਂ ਕੀ ਕਹਿਣਾ ਚਾਹ ਰਹੇ ਸੀ ਰੋਹਿਤ? ਮੈਂ ਕਹਿ ਰਿਹਾ ਸੀ, ਤੁਸੀਂ ਜਿਹੜੀ ਹੁਣ ਮੇਨਟੇਨੈਂਸ ਦੀ ਭਰਨ ਪੋਸ਼ਣ ਦੀ ਗੱਲ ਕਰ ਰਹੇ ਸੀ, ਅਸੀਂ 2 ਦਿਨ ਪਹਿਲੇ ਪ੍ਰੈਸ ਕਾਨਫਰੰਸ ਕੀਤੀ ਹੈ ਚੰਡੀਗੜ੍ਹ ਪ੍ਰੈਸ ਕਲੱਬ ਸੈਕਟਰ 27 'ਚ। ਸਾਡਾ ਮੇਨ ਵਿਸ਼ੇ ਹੀ ਹੈ, ਹੋ ਕੀ ਰਿਹਾ ਜਿਹੜਾ ਸਾਡਾ ਭਰਨ ਪੋਸ਼ਣ ਦਾ ਜਿਹੜਾ ਕਾਨੂੰਨ ਹੈ ਸਾਡੇ ਦੇਸ਼ ਦਾ, ਉਹ ਕਾਨੂੰਨ ਜਿਹੜਾ ਜਦੋਂ ਬਣਿਆ ਸੀ, ਅਸੀਂ ਮੰਨਦੇ ਹਾਂ ਕਿ ਉਸ ਕਾਨੂੰਨ ਦੀ ਉਦੋਂ ਜ਼ਰੂਰਤ ਸੀ, ਪਰ ਸਾਨੂੰ ਇਹ ਲੱਗਦਾ ਹੈ ਕਿ ਸਾਨੂੰ ਜਿੱਦਾਂ ਸਾਡੇ ਅਸੀਂ ਚਾਹੁੰਦੇ ਨੇ ਕਿ ਅਸੀਂ ਸਮਾਰਟ ਸਿਟੀਜ਼ ਬਣਾਈਏ, ਸਮਾਰਟ ਤੁਸੀਂ ਕਹੋ ਜੀ ਅਸੀਂ ਆਪਣੇ ਆਤਮ ਨਿਰਭਰ ਭਾਰਤ ਬਣਾਈਏ, ਹੈ ਨਾ, ਤੇ ਫਿਰ ਸਾਨੂੰ ਆਪਣੇ ਜਿਹੜੇ ਕਾਨੂੰਨ ਹੈ ਉਹਨਾਂ ਨੂੰ ਵੀ ਥੋੜਾ ਸਮਾਰਟ ਕਰਨਾ ਚਾਹੀਦਾ। ਅਮੈਂਡਮੈਂਟ ਹੋਣੀ ਚਾਹੀਦੀ ਹੈ, ਸੰਸ਼ੋਧਨ ਹੋਣਾ ਚਾਹੀਦਾ। ਹੁਣ ਤੁਸੀਂ ਦੇਖੋ, ਉਹ 1980-85 ਦਾ ਕਾਨੂੰਨ ਹੈ ਸਾਡਾ ਡਾਊਰੀ ਐਕਟ, ਉਹ ਅੱਜ 30-35 ਸਾਲ ਹੋ ਗਏ, ਉਹ ਉਸੇ ਤਰੀਕੇ ਦਾ ਹੀ ਚੱਲਦਾ ਹੈ। ਉਸ ਤੋਂ ਬਾਅਦ ਉਹਨੂੰ ਜੋੜਨ ਵਾਸਤੇ ਸਰਕਾਰ 2005 'ਚ ਇੱਕ ਡੋਮੈਸਟਿਕ ਵਾਇਲੈਂਸ ਲੈ ਆਈ, ਜਦ ਕਿ ਉਹ ਜਿੰਨੇ ਉਹਦੇ ਪ੍ਰੋਵੀਜ਼ਨ ਨੇ ਡੋਮੈਸਟਿਕ ਵਾਇਲੈਂਸ ਦੇ, ਉਹ ਆਲਰੇਡੀ ਪਹਿਲੇ 498 ਦੇ ਵਿੱਚ ਸੀਗੇ। ਹੁਣ ਜਿਹੜੀ ਮੈਂ ਤੁਹਾਡੇ ਨਾਲ ਮੇਨਟੇਨੈਂਸ ਦੀ ਗੱਲ ਕਰ ਰਿਹਾ ਸੀ, ਮੇਨਟੇਨੈਂਸ ਦਾ ਕਾਨੂੰਨ ਕਹਿੰਦਾ ਹੈ ਕਿ ਜੇ ਲੜਕੀ ਆਪਣੀ ਮਰਜ਼ੀ ਨਾਲ ਆਪਣੇ ਹਸਬੈਂਡ ਨਾਲ ਨਹੀਂ ਰਹਿਣਾ ਚਾਹੁੰਦੀ ਤੇ ਉਹਨੂੰ ਖਰਚਾ ਜਿਹੜਾ ਉਹ ਨਹੀਂ ਮਿਲੇਗਾ। ਦੂਸਰੀ ਚੀਜ਼, ਜੇ ਲੜਕੀ ਜਿਹੜੀ ਪਤਨੀ ਜਿਹੜੀ ਹੈ ਉਹ ਕਿਸੇ ਨਾਲ ਉਹਦਾ ਨਜਾਇਜ਼ ਸੰਬੰਧ ਹੈ ਤੇ ਉਹਨੂੰ ਖਰਚਾ ਨਹੀਂ ਮਿਲੇਗਾ। ਜੇ ਲੜਕੀ ਆਪਣੀ ਮਰਜ਼ੀ ਨਾਲ ਸਹੁਰੇ ਪਰਿਵਾਰ ਨਾਲ ਨਹੀਂ ਰਹਿਣਾ ਚਾਹੁੰਦੀ, ਉਹਨੂੰ ਖਰਚਾ ਨਹੀਂ ਮਿਲੇਗਾ। ਇਹ ਚੀਜ਼ਾਂ ਦੇਖਦੇ ਨਹੀਂ ਜੱਜ? ਹੁਣ ਕੀ ਹੋ ਰਿਹਾ ਹੈ? ਹੁਣ ਰੀਸੈਂਟਲੀ ਸਾਡੇ ਦਿੱਲੀ ਦੀ ਹਾਈ ਕੋਰਟ ਦੀ ਇੱਕ ਜੱਜਮੈਂਟ ਹੈ, ਉਹਦੇ ਵਿੱਚ ਮਾਈ ਲਾਰਡ ਨੇ, ਮਾਨਨੀय ਅਦਾਲਤ ਨੇ ਇਹ ਕਿਹਾ ਹੈ ਕਿ ਜੇ ਵਾਈਫ ਨਾਰਮਲ ਜੀ ਵੀਅਰ ਐਂਡ ਟੀਅਰ ਅਡਲਟਰੀ 'ਚ ਹੈ, ਛੋਟੇ ਮੋਟੇ ਨਜਾਇਜ਼ ਸੰਬੰਧ 'ਚ, ਤੇ ਕੋਈ ਗੱਲ ਨਹੀਂ, ਉਹਨੂੰ ਮੇਨਟੇਨੈਂਸ ਦੇ ਦਿਓ। ਹੁਣ ਇਹ ਕਿੱਥੋਂ ਪ੍ਰੂਵ ਹੋਏਗਾ ਕਿ ਉਹ ਪੱਕੇ ਨਜਾਇਜ਼ ਸੰਬੰਧਾਂ 'ਚ ਹੈ ਕਿ ਇਹ ਛੋਟੇ ਮੋਟੇ ਨਜਾਇਜ਼ ਸੰਬੰਧ? ਇਹੀ ਹੈ ਸੰਬੰਧ, ਮਤਲਬ ਇਲੀਗਲ ਤਾਂ ਇਲੀਗਲ ਹੀ ਹੈ। ਐਗਜ਼ੈਕਟਲੀ। ਮੈਟਰ ਕੁੜੀਆਂ ਜਿਹੜੀਆਂ ਉਹ ਸ਼ਰੇਆਮ ਕਹਿੰਦੀਆਂ ਨੇ ਕੋਰਟਾਂ 'ਚ ਕਿ ਅਸੀਂ ਇਸ ਮੁੰਡੇ ਨਾਲ ਨਹੀਂ ਰਹਿਣਾ, ਪਰ ਅਸੀਂ ਫਿਰ ਵੀ ਤੇਰੇ ਕੋਲ ਖਰਚਾ ਲੈ ਕੇ ਦੱਸਾਂਗੇ। ਮਤਲਬ ਉਹ ਕਾਨੂੰਨ ਦੇ ਵਿੱਚ ਉਹਦਾ ਕੋਈ, ਤੁਸੀਂ ਕਹਿ ਸਕਦੇ ਹੋ ਕਿ ਕਾਨੂੰਨ ਦੇ ਵਿੱਚ ਇਹ ਲਿਖਿਆ ਹੀ ਨਹੀਂ ਹੋਇਆ, ਫਿਰ ਵੀ ਸਾਡੀਆਂ ਜਿਹੜੀਆਂ ਅਦਾਲਤਾਂ ਨੇ ਉਹ ਕੁੜੀਆਂ ਨੂੰ ਬਲਾਈਂਡਲੀ ਜਿਹੜਾ ਖਰਚਾ ਦੇ ਰਹੀਆਂ। ਤੇ ਅਸੀਂ, ਸਾਡੀ ਇਹ ਮੰਗ ਸੀਗੀ ਕਿ ਅਸੀਂ, ਕਿਉਂਕਿ ਦੇਖੋ ਤਾਂ ਤੁਸੀਂ ਇਹ ਵੀ ਦੇਖੋ ਕਿ ਜਦ ਅਸੀਂ ਕੀ ਕਰ ਰਹੇ ਹਾਂ, ਇੰਡੀਪੈਂਡੈਂਸ ਦੇ ਨਾਲ ਕੁੜੀਆਂ ਦੀ ਡਿਪੈਂਡੈਂਸ ਮੁੰਡਿਆਂ ਦੇ ਉੱਤੇ ਜ਼ਿਆਦਾ ਵਧਾ ਰਹੇ ਹਾਂ। ਕਿਉਂ? ਜਦ ਅਸੀਂ ਆਤਮ ਨਿਰਭਰ ਬਣਾਉਣਾ ਚਾਹੁੰਦੇ ਹਾਂ। ਹੁਣ ਤੁਸੀਂ ਪਿੰਡਾਂ ਦੇ ਵਿੱਚ ਦੇਖੋ, ਪਿੰਡਾਂ ਦੇ ਵਿੱਚ ਤੁਸੀਂ ਦੇਖੋ ਕਿ ਮਨਰੇਗਾ ਦੀ ਸਕੀਮ ਹੈ, ਜਿਹੜੀ ਸਾਡੀ ਘਰੇਲੂ 400 ਰੁਪਏ ਦਿਹਾੜੀ ਕਈ ਚਲਾਉਣ ਦੀ, ਮਨਰੇਗਾ 100 ਦਿਨ ਦੀ ਸਾਡੀ ਸਕੀਮ ਹੈ, 200 ਦਿਨ ਦੀ ਸਕੀਮ ਹੈ। ਅਸੀਂ ਕਿਉਂ ਨਹੀਂ ਇਹਨਾਂ ਲੇਡੀਜ਼ ਨੂੰ ਉਹਦੇ ਵਾਸਤੇ ਮੋਟੀਵੇਟ ਕਰੀਏ ਕਿ ਤੁਸੀਂ ਇਹ ਸਕੀਮ ਕਰੋ? ਉਲਟਾ ਕਿ ਤੁਸੀਂ ਜਿਹੜਾ ਇਹ ਮਤਲਬ ਆਪਣੇ ਪਤੀ ਨੂੰ ਤੁਸੀਂ ਮਤਲਬ ਜਬਰਨ ਜਿਹੜੀ ਵਸੂਲੀ ਕਰਨੀ ਹੈ, ਉਸ ਤੋਂ ਚੰਗਾ ਉਹਨੂੰ ਅਸੀਂ ਆਦਤ ਪਾਈਏ ਕਿ ਉਹ ਕੰਮ ਕਰੇ, ਆਪਣੇ ਪਤੀ ਨਾਲ ਕੰਧੇ ਨਾਲ ਕੰਧਾ ਮਿਲਾ ਕੇ ਦੋਨੋਂ ਹੱਸਦੇ ਖੇਡਦੇ ਵਸਦੇ ਰਹਿਣ ਤੇ ਆਪਣਾ ਕੰਮ ਕਰਨ ਤੇ ਆਪਣਾ ਘਰ ਪਰਿਵਾਰ ਚਲਾਉਣ, ਆਪਣੇ ਬੱਚਿਆਂ ਨੂੰ ਪਾਲਣ। ਤੇ ਸਾਡੀ ਸਰਕਾਰ ਨਾਲ ਇਹ ਮੰਨ ਸੀ ਕਿ ਅਸੀਂ ਜਿਹੜੀ ਹੈ 6 ਮਹੀਨੇ ਤੋਂ ਵੱਧ ਕੁੜੀ ਨੂੰ ਮੇਨਟੇਨੈਂਸ ਨਹੀਂ ਦੇਵਾਂਗੇ। ਦੂਸਰਾ, ਕੋਰਟ ਦੇ ਵਿੱਚ ਜਿਹੜੀ ਨੈਸ਼ਨਲ ਕਮਿਸ਼ਨ ਫਾਰ ਵੂਮਨ ਹੈ ਜਾਂ ਚਾਈਲਡ ਮਿਨਿਸਟਰੀ ਹੈ, ਉਹਦਾ ਕੋਈ ਜਿਹੜਾ ਤੁਸੀਂ ਲਗਾਓ ਕਿ ਕੋਈ ਕਿਸੇ ਨੂੰ ਅਪਾਇੰਟ ਕਰੇ, ਕੋਰਟ ਨੂੰ ਅਸਿਸਟ ਕਰੇ, ਉਹ ਮਹਿਲਾਵਾਂ ਨੂੰ ਦੱਸੇ ਕਿ ਤੁਹਾਡੇ ਵਾਸਤੇ ਇਹ ਬੈਨੀਫਿਟਸ ਉਪਲਬਧ ਨੇ, ਇਹ ਤੁਹਾਨੂੰ ਲੋਨ ਅਵੇਲੇਬਲ ਨੇ, ਤੇ ਤੁਸੀਂ ਇਹ ਚੀਜ਼ਾਂ ਲੈ ਕੇ ਤੇ ਆਪਣੇ ਆਪ ਨੂੰ ਆਤਮ ਨਿਰਭਰ ਬਣਾਓ, ਨਾ ਕਿ ਪਰਜੀਵੀ ਬਣਾਓ। ਪਰਜੀਵੀ ਨਾ ਬਣਾਓ। ਸੋ ਇੱਕ ਵਾਰ ਫਿਰ ਮੈਂ ਰਜਤ ਤੋਂ ਆ ਰਿਹਾ। ਸੋ ਰਜਤ, ਜੋ ਮੈਨੂੰ ਪਤਾ ਲੱਗਿਆ ਤੁਹਾਡੇ ਤੋਂ ਸੁਣਨਾ ਚਾਹਾਂਗੇ, ਹਾਲਾਂਕਿ ਡਾਈਵੋਰਸ ਵਾਲੀ ਕੰਡੀਸ਼ਨ ਤੇ ਹੈ ਕੇਸ ਤੁਹਾਡਾ, ਫਿਰ ਵੀ ਕੋਰਟ ਤੁਸੀਂ ਜਾਂਦੇ ਹੋ ਡਾਈਵੋਰਸ ਲਈ, ਵਾਈਫ ਨੂੰ ਲੈ ਕੇ ਜਾਂਦੇ ਹੋ, ਛੱਡ ਕੇ ਆਉਂਦੇ ਹੋ? ਹਾਂਜੀ, ਮੈਂ ਹੁਣੇ ਤੁਹਾਡੇ ਕੋਲ ਆਉਣ ਤੋਂ ਪਹਿਲੇ ਹੀ ਮੈਂ ਕੋਰਟ 'ਚ ਹੀ ਸੀ,
ਤੇ ਰੋਹਿਤ ਜੀ ਦਾ ਫੋਨ ਆਇਆ ਕਿ ਇੱਦਾਂ ਅਸੀਂ ਆਣਾ ਹੈ ਤੇ ਫਿਰ ਮੇਰਾ ਕੇਸ ਹੀ ਚੱਲ ਰਿਹਾ ਸੀ ਤੇ ਵਾਈਫ ਇਹਨਾਂ ਦੇ ਆਫਿਸ ਦੇ ਕੋਲ ਹੀ ਹੈ ਤੇ ਮੈਂ ਫਿਰ ਉਹਨੂੰ ਹੁਣੇ ਡ੍ਰੌਪ ਕੀਤਾ ਤੇ ਫਿਰ ਇਹਨਾਂ ਨੂੰ ਲੈ ਕੇ ਨਹੀਂ ਤੇ ਇਨ ਬਿਟਵੀਨ ਨਹੀਂ ਤੁਹਾਡੇ 'ਚ ਕੋਈ ਸੁਲਹ ਵਾਲੀ ਗੱਲ ਫਿਰ ਵੀ ਨਹੀਂ ਲੱਗਦੀ ਸੀ ਮਤਲਬ ਅਸੀਂ ਵੈਲ ਐਜੂਕੇਟਿਡ ਹੈ ਮੈਂ ਪੜ੍ਹਿਆ ਲਿਖਿਆ ਉਹ ਪੜ੍ਹੀ ਲਿਖੀ ਹੈ ਮਤਲਬ ਐਦਾਂ ਦਾ ਠੀਕ ਹੈ ਸੰਬੰਧ ਖੱਟੇ ਬਟ ਸਾਡਾ ਬੱਚਾ ਵੀ ਹੈ ਸੋ ਹੁਣ ਅਸੀਂ ਬੱਚੇ ਦੇ ਅੱਗੇ ਅਪਬ੍ਰਿੰਗਿੰਗ ਲਈ ਹੁਣ ਇੱਕ ਤਰ੍ਹਾਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਸੈਪਰੇਟ ਹੋ ਜਾਈਏ ਬਟ ਇੱਕ ਬੱਚੇ ਨੂੰ ਲੈ ਕੇ ਅਸੀਂ ਐਜ਼ ਅ ਗੁੱਡ ਐਗਜ਼ਾਮਪਲ ਸੈੱਟ ਕਰੀਏ ਦੈਟ ਇਜ਼ ਦਾ ਮੋਟੋ ਵੀ ਆਰ ਟਰਾਈਂਗ ਸੋ ਕੀ ਮੰਨਦੇ ਹੋ ਤੁਸੀਂ ਵੀ ਜੇ ਇਹ ਤੁਹਾਡਾ ਆਪਾਂ ਤਾਂ ਚਾਹਾਂਗੇ ਖੈਰ ਰੱਬ ਨੂੰ ਕਵਾਂਗੇ ਤਲਾਕ ਨਾ ਹੋਵੇ ਜੇ ਹੋ ਗਿਆ ਤਾਂ ਤੁਹਾਡੀ ਸੱਸ ਇਹਦਾ ਕਾਰਨ ਹੈ ਮੋਸਟ ਆਫ ਦਾ ਮੈਂ ਤੁਹਾਨੂੰ ਦੱਸ ਹਾਂਜੀ ਕਿਹਾ ਮਤਲਬ ਉਹੀ ਮੇਨ ਕਾਰਨ ਰਿਹਾ ਜੀ ਸੋ ਇੱਕ ਤੁਹਾਨੂੰ ਆਪਾਂ ਲਾਈਵ ਐਗਜ਼ਾਮਪਲ ਵੀ ਜਿਹੜੀ ਦਰਸ਼ਕਾਂ ਨੂੰ ਸੁਣਾਈ ਹੈਗੀ ਹੈ ਤੇ ਰੋਹਿਤ ਉਹਨਾਂ ਨੇ ਦੱਸਿਆ ਵੀ ਹੈਗਾ ਕਿ ਪਤਨੀਆਂ ਦੇ ਸਤਾਏ ਜਾਂ ਔਰਤਾਂ ਦੇ ਸਤਾਏ 5 ਮਿੰਟ ਦੇ ਵਿੱਚ ਇੱਕ ਪੁਰਸ਼ ਜਿਹੜਾ ਆਦਮੀ ਹੈ ਖੁਦਕੁਸ਼ੀ ਕਰ ਰਿਹਾ ਇਹ ਸਾਡੇ ਨੈਸ਼ਨਲ ਕ੍ਰਾਈਮ ਕੰਟਰੋਲ ਰਿਕਾਰਡ ਬਿਊਰੋ ਦੇ ਅੰਕੜੇ ਨੇ ਸਾਡੇ ਮੁਲਕ ਦੇ 1,08,000 ਪੁਰਸ਼ ਜਿਹੜਾ ਹੈਗਾ ਸਾਲਾਨਾ ਮੌਤ ਦੀ ਜਿਹੜੇ ਉਹਦੇ ਵਿੱਚ ਜਾ ਰਿਹਾ ਹੈ ਮੌਤ ਦੇ ਮੂੰਹ ਦੇ ਵਿੱਚ ਔਰ ਇਹ ਜਿਹੜੀ ਪਰਸੈਂਟੇਜ ਹੈ ਪ੍ਰਤੀਸ਼ਤਤਾ ਜਿਹੜੀ ਫੀਸਦ ਵੱਧਦੀ ਜਾ ਰਹੀ ਹੈ 44,000 ਔਰਤਾਂ ਸਿਰਫ ਜੇਕਰ ਘਰ ਵਾਲ ਤੋਂ ਤੰਗ ਹੋ ਕੇ ਜਾਂ ਦੋਸਤ ਤੋਂ ਤੰਗ ਹੋ ਕੇ ਖੁਦਕੁਸ਼ੀ ਕਰਦੀਆਂ ਤਾਂ 1 ਲੱਖ ਤੋਂ ਉੱਪਰ ਜਿਹੜਾ ਪੁਰਸ਼ ਕਰਦਾ ਆ ਰਿਹਾ ਸੋ ਇੱਕ ਵਾਰ ਫਿਰ ਅਸੀਂ ਦੱਸਾਂਗੇ ਸੇਵ ਇੰਡੀਅਨ ਫੈਮਿਲੀ ਵੱਲੋਂ 888 2498 498 ਇਹ ਹੈਲਪਲਾਈਨ ਜਿਹੜਾ ਹੈਗਾ ਨੰਬਰ ਚਲਾਈ ਜਾ ਰਹੀ ਹੈ ਜੇ ਤੁਹਾਨੂੰ ਵੀ ਲੱਗਦਾ ਤੁਹਾਡੇ ਨਾਲ ਕੋਈ ਧੱਕਾ ਹੋ ਰਿਹਾ ਇਨਜਸਟਿਸ ਹੋ ਰਿਹਾ ਨਾ ਇਨਸਾਫੀ ਹੋ ਰਹੀ ਹੈ ਤਾਂ ਘਬਰਾਓ ਨਾ ਵਕਤ ਤੋਂ ਨਾ ਹਾਰੋ ਇਹ ਨਾ ਹੋ ਕਿਉਂਕਿ ਮੇਰੀ ਕਿਸਮਤ 'ਚ ਇੱਦਾਂ ਹੀ ਮਰਨਾ ਲਿਖਿਆ ਤਾਂ ਤੁਹਾਡੇ ਲਈ ਇਹ ਸੇਵ ਹੈਲਪਲਾਈਨ ਜਿਹੜੀ ਸੇਵ ਇੰਡੀਅਨ ਫੈਮਿਲੀ ਮੌਜੂਦ ਹੈਗੀ ਔਰ ਘੱਟੋ ਘੱਟ ਤੁਹਾਨੂੰ ਹੋਰ ਜੇ ਕੁਝ ਨਹੀਂ ਦੇ ਸਕਦੀ ਤੁਹਾਡੀ ਪੈਸੇ ਨਾਲ ਜੇ ਮਦਦ ਨਹੀਂ ਕਰੇਗੀ ਤੁਹਾਡੇ ਨਾਲ ਵੈਸੇ ਜ਼ਰੂਰ ਨਾਲ ਆ ਕੇ ਖੜੇਗੀ ਮੋਰਲ ਸਪੋਰਟ ਦੀ ਜਿਹੜੀ ਗੱਲ ਹੁੰਦੀ ਹੈ ਹੌਸਲਾ ਤੁਹਾਨੂੰ ਜ਼ਰੂਰ ਜਿਹੜਾ ਇਹ ਦੇਗੀ ਤੇ ਕਿਤੇ ਨਾ ਕਿਤੇ ਹੋ ਸਕਦਾ ਕਿ ਤੁਹਾਨੂੰ ਜ਼ਿੰਦਗੀ ਜੀਣ ਦਾ ਇੱਕ ਨਵਾਂ ਰਸਤਾ ਵੀ ਮਿਲ ਜੇ ਹੋਰ ਨਵੀਆਂ ਤੇ ਤਾਜ਼ੀਆਂ ਅਪਡੇਟ ਦੇ ਲਈ ਦੇਖਦੇ ਰਹੋ ਸਕਰੋਲ ਪੰਜਾਬ ਹੁਣ ਦਿਓ ਬਲਜੀਤ ਮਰਵਾਹਾ ਨੂੰ ਇਜਾਜ਼ਤ ਸ਼ੁਕਰੀਆ।